परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਾਂਗੇ। ਪਹਿਲੀ ਗਵਾਹੀ ਸਿਸਟਰ ਪਰਮਜੀਤ ਕੌਰ ਦੀ ਆ, ਜਿਨ੍ਹਾਂ ਦੀ ਕਰਿਆਨੇ ਦੀ ਦੁਕਾਨ ਸੀ। ਸਿਸਟਰ ਦੱਸਦੇ ਨੇ ਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਉਸ ਕਰਿਆਨੇ ਦੀ ਸ਼ਾਪ ਦੇ ਵਿੱਚ 10 ਰੁਪਏ ਦੀ ਵੀ ਸੇਲ ਨਹੀਂ ਸੀ ਹੋ ਰਹੀ। ਔਰ ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਸਿਸਟਰ ਦੱਸਦੇ ਨੇ ਕਿ ਉਸ ਤੋਂ ਬਾਅਦ ਉਹਨਾਂ ਦੀ ਸੇਲ ਬਹੁਤ ਵਧੀਆ ਹੋਣ ਲੱਗ ਗਈ। ਔਰ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਪਲਜਿੰਦਰ ਕੌਰ ਦੀ ਆ, ਜੋ ਕਿ 45 ਸਾਲ ਦੇ ਹਨ। ਸਿਸਟਰ ਨੇ 1 ਹਫ਼ਤੇ ਦੀ ਫਾਸਟਿੰਗ ਕੀਤੀ ਸੀ ਆਪਣੇ ਬੇਟੇ ਦੇ ਲਈ। ਉਹਨਾਂ ਦਾ ਬੇਟਾ ਸਾਰਾ ਦਿਨ ਗੇਮ ਖੇਡਦਾ ਰਹਿੰਦਾ ਸੀ ਔਰ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਵੀ ਬਹੁਤ ਘੱਟ ਕਰਦਾ ਸੀ। ਸਿਸਟਰ ਦੱਸਦੇ ਨੇ ਕਿ ਜਿਸ ਦਿਨ ਉਹਨਾਂ ਦੇ ਵਰਤ ਖਤਮ ਹੋਏ, ਉਹਨਾਂ ਦਾ ਬੇਟਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਇੱਥੋਂ ਤੱਕ ਕਿ ਉਹਨਾਂ ਤੋਂ ਬੈੱਡ ਤੋਂ ਉੱਠਿਆ ਵੀ ਨਹੀਂ ਸੀ ਜਾ ਰਿਹਾ। ਸਿਸਟਰ ਨੇ ਉਹਨਾਂ ਦੇ ਲਈ ਪ੍ਰੇਅਰ ਕੀਤੀ ਤਾਂ ਉਹਨਾਂ ਦੀ ਹੈਲਥ ਨੂੰ ਥੋੜ੍ਹਾ ਫਰਕ ਪਿਆ। ਫਿਰ ਕੁਝ ਸਮਾਂ ਰੁਕ ਕੇ ਉਹਨਾਂ ਨੇ ਫਿਰ ਉਹਨਾਂ ਲਈ ਪ੍ਰੇਅਰ ਕੀਤੀ ਅਤੇ ਉਹ ਬਹੁਤ ਵਧੀਆ ਤਰੀਕੇ ਨਾਲ ਠੀਕ ਹੋ ਗਏ। ਔਰ ਉਸ ਤੋਂ ਬਾਅਦ ਸਿਸਟਰ ਦੱਸਦੇ ਨੇ ਕਿ ਉਹ ਚੱਲਣ ਫਿਰਨ ਲੱਗੇ ਔਰ ਉਹਨਾਂ ਨੇ ਪ੍ਰੇਅਰ ਵੀ ਕੀਤੀ ਔਰ ਉਹਨਾਂ ਨੇ ਤੌਬਾ ਕੀਤੀ ਔਰ ਰੱਬ ਉੱਤੇ ਵਿਸ਼ਵਾਸ ਕੀਤਾ। ਸਿਸਟਰ ਦੱਸਦੇ ਨੇ ਕਿ ਸਿਸਟਰ ਨੇ ਉਹਨਾਂ ਨੂੰ ਤੋਹਫੇ ਦੇ ਵਿੱਚ ਬਾਈਬਲ ਦਿੱਤੀ ਔਰ ਉਹਨਾਂ ਨੇ ਉਸ ਵਚਨ ਨੂੰ ਰਿਸੀਵ ਕੀਤਾ ਔਰ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਝੁਕਾਇਆ ਔਰ ਪ੍ਰਭੂ ਦੇ ਨਾਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸੌਂਪਿਆ। ਨੈਕਸਟ ਗਵਾਹੀ ਸਿਸਟਰ ਦੀ ਹੈ ਕਿ ਸਿਸਟਰ ਦੱਸਦੇ ਨੇ ਕਿ ਪਹਿਲਾਂ ਬਹੁਤ ਸਾਰੀਆਂ ਗੱਲਾਂ ਦੇ ਭੇਤ ਉਹਨਾਂ ਨੂੰ ਨਹੀਂ ਸੀ ਪਤਾ। ਕਹਿੰਦੇ ਨੇ ਕਿ ਜਦੋਂ ਅਸੀਂ ਸਵੇਰ ਸ਼ਾਮ ਦੀ ਪ੍ਰਾਰਥਨਾ ਡੇਲੀ ਸੁਣਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਸਿੱਖਣ ਨੂੰ ਮਿਲੀਆਂ। ਉਹਨਾਂ ਨੇ ਹੀਲਿੰਗ ਪ੍ਰੇਅਰ ਕਰਨਾ ਔਰ ਵਚਨਾਂ ਨੂੰ ਕਿੱਦਾਂ ਸਮਝਣਾ, ਉਹ ਸਾਰੀ ਸਮਝ ਉਸ ਡੇਲੀ ਪ੍ਰਾਰਥਨਾਵਾਂ ਤੋਂ ਸਿੱਖੀ। ਔਰ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਦਾਨ ਦਸ਼ਵਾਂਤ ਬਾਰੇ ਜਾਣਾਂਗੇ, ਕਿਉਂਕਿ ਹਰ ਕੋਈ ਕਿਸੇ ਵੀ ਚਰਚ ਵਿੱਚ ਜਾ ਰਿਹਾ ਉਸ ਜਗ੍ਹਾ ਦੇ ਵਿੱਚ ਵਚਨ ਨਾਲੋਂ ਵੱਧ ਕੇ ਦਾਨ ਦਸ਼ਵਾਂਤ ਅਤੇ ਬੀਜ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ ਕਿ ਬੀਜ ਬੀਜੋ ਕਿਉਂਕਿ ਤੁਹਾਨੂੰ ਪਰਮੇਸ਼ਰ ਕਹਿੰਦਾ ਆ, ਬੀਜ ਬੀਜੋ ਕਿਉਂਕਿ ਬੀਜੋਗੇ ਤਾਂ ਵੱਢੋਗੇ। ਕਹਿੰਦੇ ਬੀਜੋ, ਜਿੰਨਾ ਵੱਧ ਬੀਜੋਗੇ ਓਨਾ ਵੱਧ ਵੱਢੋਗੇ। ਔਰ ਬੀਜ ਬੀਜੋ ਕਹਿੰਦਾ ਜੋ ਬੀਜੇਗਾ ਉਹੀ ਵੱਢੇਗਾ। ਔਰ ਕਹਿੰਦੇ ਜੋ ਥੋੜ੍ਹਾ ਬੀਜੇਗਾ ਉਹ ਥੋੜ੍ਹਾ ਵੱਢੇਗਾ, ਜੋ ਜ਼ਿਆਦਾ ਬੀਜੇਗਾ ਉਹ ਜ਼ਿਆਦਾ ਵੱਢੇਗਾ। ਦਾਨ ਦਸ਼ਵਾਂਤ ਅਤੇ ਬੀਜ, ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕੀਤਾ ਪਿਆ, ਜਿਹਦੇ ਵਸੀਲੇ ਕਲੀਸਿਆ ਬਹੁਤ ਜ਼ਿਆਦਾ ਕਨਫਿਊਜ਼ ਆ। ਉਹਨਾਂ ਨੂੰ ਬਿਲਕੁਲ ਸਮਝ ਨਹੀਂ ਆ ਰਹੀ ਕਿ ਆਖਰ ਕੀ ਕੀਤਾ ਜਾਵੇ। ਬਹੁਤ ਸਾਰੇ ਚਰਚਾਂ ਦੇ ਵਿੱਚ ਜੋ ਦਾਨ ਦਸ਼ਵਾਂਤ ਉਹ ਫਿਕਸ ਕੀਤਾ ਆ, ਜੋ ਪਾਸਟਰ ਨੇ ਉਹ ਫਿਕਸ ਕਰਕੇ ਦੱਸਦੇ ਨੇ ਕਿ ਇੰਨਾ ਹੀ ਦਸ਼ਵਾਂਤ ਤੁਸੀਂ ਦੇਣਾ ਆ। ਔਰ ਬਹੁਤ ਸਾਰੀਆਂ ਚਰਚਾਂ ਦੇ ਵਿੱਚ ਬੀਜ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਨੇ। ਤਾਂ ਅੱਜ ਅਸੀਂ ਪਵਿੱਤਰ ਵਚਨ ਦੇ ਵਿੱਚੋਂ ਜਾਣਾਂਗੇ ਕਿ ਪਰਮੇਸ਼ਰ ਦਾ ਪਵਿੱਤਰ ਗ੍ਰੰਥ ਦਾਨ ਦਸ਼ਵਾਂਤ ਦੇ ਬਾਰੇ ਸਾਨੂੰ ਕੀ ਦੱਸਦਾ ਹੈ, ਕਿਉਂਕਿ ਪਵਿੱਤਰ ਗ੍ਰੰਥ ਕਿਸੇ ਇਨਸਾਨ ਦੀ ਮਨਘੜਤ ਕਹਾਣੀ ਨਹੀਂ ਹੈ। ਇਹ ਸਾਰਾ ਦਾ ਸਾਰਾ ਗ੍ਰੰਥ ਆਤਮਿਕ ਸਿੱਖਿਆ ਦੇਣ ਦੇ ਲਈ ਆਤਮਾ ਦੀ ਪ੍ਰੇਰਨਾ ਦੇ ਦੁਆਰਾ ਲਿਖਵਾਇਆ ਗਿਆ ਆ। ਇਹਦੇ ਵਿੱਚ ਜੋ ਵੀ ਗੱਲਾਂ ਨੇ ਉਹ ਸਾਡੇ ਲਈ ਲਿਖੀਆਂ ਗਈਆਂ ਨੇ ਤਾਂ ਜੋ ਅਸੀਂ ਉਹਦੀ ਫੋਲੋ ਕਰੀਏ, ਉਹਦੀ ਪਾਲਣਾ ਕਰੀਏ। ਤਾਂ ਆਓ ਅੱਜ ਅਸੀਂ ਜਾਣਦੇ ਹਾਂ ਕਿ ਦਾਨਾ ਦਸ਼ਵਾਂਤ ਔਰ ਬੀਜ ਦੇ ਬਾਰੇ ਪਰਮੇਸ਼ਰ ਦਾ ਕੀ ਕਹਿਣਾ ਆ। ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ। ਮਤੀ 6 ਉਹਦੀ 3 ਔਰ 4 ਨੰਬਰ ਆਇਤ ਨੂੰ। ਪਰ ਜਦੋਂ ਤੂੰ ਦਾਨ ਦੇਵੇਂ ਤਾਂ ਜੋ ਕੁਝ ਤੂੰ ਸੱਜੇ ਹੱਥ ਨਾਲ ਦਿੰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ। ਤੇਰਾ ਦਾਨ ਗੁਪਤ ਵਿੱਚ ਹੋਵੇ
ਤਾਂ ਜੋ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਇਹ ਯਿਸੂ ਮਸੀਹ ਦੇ ਦੁਆਰਾ ਬੋਲੇ ਗਏ ਸ਼ਬਦ ਨੇ ਕਿ ਤੇਰਾ ਜਿਹੜਾ ਦਾਨ ਆ ਉਹ ਗੁਪਤ ਵਿੱਚ ਹੋਣਾ ਚਾਹੀਦਾ। ਇਹਦਾ ਮਤਲਬ ਕਿ ਯਿਸੂ ਮਸੀਹ ਨੇ ਕੀ ਕਿਹਾ ਕਿ ਦਾਨ ਦੇਣਾ ਜ਼ਰੂਰੀ ਆ। ਦਾਨ ਦੇਣਾ ਚਰਚ ਦੇ ਵਿੱਚ ਜ਼ਰੂਰੀ ਆ, ਪਰ ਉਹ ਅਜਿਹਾ ਦਾਨ ਹੋਵੇ ਜਿਹੜਾ ਗੁਪਤ ਦੇ ਵਿੱਚ ਦਿੱਤਾ ਜਾਵੇ, ਜਿਹੜਾ ਕਿਸੇ ਇਨਸਾਨ ਨੂੰ ਪਤਾ ਨਾ ਲੱਗੇ। ਕਿਉਂਕਿ ਜਿਹੜੀਆਂ ਚਰਚਾਂ ਫਿਕਸ ਕਰਦੀਆਂ ਨੇ ਕਿ ਇੰਨਾ ਹੀ ਦਾਨ ਲੈਣਾ, ਉਹ ਗਲਤ ਆ। ਦਾਨ ਦੇਣਾ ਵਚਨ ਦੇ ਅਨੁਸਾਰ ਸਹੀ ਆ, ਫਿਕਸ ਕਰਕੇ ਦਾਨ ਲੈਣਾ ਗਲਤ ਆ। ਕਹਿੰਦਾ ਅਜਿਹਾ ਦਾਨ ਕਿ ਤੁਹਾਡਾ ਸੱਜਾ ਹੱਥ ਵੀ ਨਾ ਜਾਣੇ ਕਿ ਖੱਬੇ ਨੇ ਕੀ ਦਿੱਤਾ। ਜੇ ਖੱਬਾ ਹੱਥ ਦੇ ਰਿਹਾ ਤਾਂ ਸੱਜਾ ਨਾ ਜਾਣੇ ਕਿ ਉਹਨੇ ਕੀ ਦਿੱਤਾ। ਤਾਂ ਪਰ ਜਿਹੜਾ ਫਿਕਸ ਕਰਕੇ ਦਿੱਤਾ ਗਿਆ ਦਾਨ ਆ ਉਹ ਗਲਤ ਆ। ਚਾਹੇ ਕੋਈ ਪਰਮੇਸ਼ਰ ਦਾ ਦਾਸ ਹੀ ਇਹ ਗੱਲ ਕਹਿ ਰਿਹਾ ਕਿ ਇੰਨਾ ਦਾਨ ਫਿਕਸ ਆ, ਤੁਹਾਨੂੰ ਦੇਣਾ ਹੀ ਪਵੇਗਾ, ਉਹ ਗਲਤ ਆ। ਗੁਪਤ ਵਿੱਚ ਦਾਨ ਦੇਣਾ ਜ਼ਰੂਰੀ ਆ। ਕਹਿੰਦਾ ਕਿਉਂਕਿ ਤੁਹਾਨੂੰ ਗੁਪਤ ਵਿੱਚ ਫਲ ਮਿਲੇਗਾ। ਹੁਣ ਪ੍ਰਭੂ ਨੇ ਇਹ ਨਹੀਂ ਕਿਹਾ ਕਿ ਜੇ ਤੁਸੀਂ ਪੈਸੇ ਦਿਓਗੇ ਤਾਂ ਤੁਹਾਨੂੰ ਪੈਸੇ ਮਿਲਣਗੇ। ਉਹਨੇ ਕਿਹਾ ਤੂੰ ਗੁਪਤ ਵਿੱਚ ਦਾਨ ਦੇ ਤੇ ਮੈਂ ਤੈਨੂੰ ਫਲ ਦੇਵਾਂਗਾ। ਇਹਦਾ ਮਤਲਬ ਕਿ ਦਾਨ ਦੇਣਾ ਪਰਮੇਸ਼ਰ ਦੇ ਵੱਲੋਂ ਹੈਗਾ, ਪਰ ਦਾਨ ਦੇਣ ਦਾ ਇੱਕ ਤਰੀਕਾ ਕਿ ਉਹ ਦਾਨ ਗੁਪਤ ਵਿੱਚ ਹੋਣਾ ਚਾਹੀਦਾ, ਫਿਕਸ ਨਹੀਂ ਹੋਣਾ ਚਾਹੀਦਾ। ਔਰ ਹੋਰ ਕਿਸ ਤਰੀਕੇ ਦਾ ਦਾਨ ਪਰਮੇਸ਼ਰ ਪਸੰਦ ਕਰਦੇ ਉਹ ਜਾਣਨ ਦੇ ਲਈ ਵਚਨ 'ਚੋਂ ਪੜਾਂਗੇ। 2 ਕੁਰਿੰਥੀਓ ਦੇ 9 ਨੰਬਰ ਅਧਿਆਇ ਦੀ 7 ਨੰਬਰ ਆਇਤ ਨੂੰ, ਹਰੇਕ ਜਿਸ ਤਰ੍ਹਾਂ ਉਹਦੇ ਦਿਲ ਵਿੱਚ ਧਾਰਿਆ ਹੈ ਉਸੇ ਤਰ੍ਹਾਂ ਕਰੇ, ਰੰਜ ਨਾਲ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਰ ਖੁਸ਼ੀ ਨਾ ਦੇਣ ਵਾਲੇ ਨੂੰ ਪਿਆਰ ਕਰਦਾ ਹੈ। ਹਾਲੇਲੂਇਆ। ਹੁਣ ਪ੍ਰਭੂ ਦਾ ਵਚਨ ਕਹਿੰਦਾ ਕਿ ਦਾਨ ਦੇਣਾ ਰੰਜ ਨਾਲ ਅਥਵਾ ਲਾਚਾਰੀ ਦੇ ਨਾਲ ਨਹੀਂ। ਪਰਮੇਸ਼ਰ ਕਹਿੰਦਾ ਜੋ ਤੁਸੀਂ ਦਾਨ ਦੇ ਰਹੇ ਹੋ ਖੁਸ਼ੀ ਦੇ ਨਾਲ ਦਿਓ। ਹੁਣ ਇੱਕ ਪਰਸਨ ਆ, ਅਗਰ ਉਹਦੀ 50,000 ਸੈਲਰੀ ਆ ਤਾਂ ਉਹਨੂੰ 5,000 ਕੱਢਣਾ ਬੜਾ ਹੀ ਔਖਾ ਲੱਗਦਾ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਇੰਨਾ ਨਹੀਂ ਦੇ ਸਕਦਾ। ਪਰ ਵਚਨ 'ਚ ਲਿਖਿਆ ਵੀ ਦਸ਼ਵਾਂਦ ਦਿਓ। ਪਾਸਟਰ ਸਾਡਾ ਕਹਿ ਰਿਹਾ ਦਸ਼ਵਾਂਦ ਦਿਓ, ਤਾਂ ਮੈਨੂੰ ਤਾਂ ਕੱਢਣਾ ਪਏਗਾ। ਜੇ ਮੈਂ ਨਾ ਕੱਢਾਂਗਾ ਕੀ ਮੈਂ ਦੋਸ਼ੀ ਹੋਵਾਂਗਾ? ਤਾਂ ਅੱਜ ਇਹ ਸਾਡੇ ਡਾਊਟ ਨੂੰ ਪਰਮੇਸ਼ਰ ਕਲੀਅਰ ਕਰਦਾ ਕਿ ਅਗਰ ਸਾਡਾ 10 ਲੱਖ ਦਾ ਕੰਮ ਆ ਤਾਂ ਅਸੀਂ ਲੱਖ ਰੁਪਈਆ ਨਹੀਂ ਦੇਣਾ ਚਾਹੁੰਦੇ, ਸਾਡਾ ਮਨ ਨਹੀਂ ਹੈਗਾ ਅਸੀਂ ਦੇਣਾ ਆ, ਪਰ ਸਾਡਾ ਦਾਸ ਕਹਿ ਰਿਹਾ ਕਿ ਦਸ਼ਵਾਂਦ ਮਤਲਬ 10ਵਾਂ ਹਿੱਸਾ ਦਿਓ, ਤੇ ਅਸੀਂ ਮਨ ਮਾਰ ਕੇ ਮਜਬੂਰੀ ਦੇ ਨਾਲ ਦੇ ਰਹੇ ਹਾਂ। ਤਾਂ ਪਰਮੇਸ਼ਰ ਕਹਿੰਦਾ ਮਜਬੂਰੀ ਨਾਲ ਦਿੱਤਾ ਗਿਆ ਦਾਨ ਜਾਂ ਦਸ਼ਵਾਂਦ ਮੈਨੂੰ ਪਸੰਦ ਨਹੀਂ ਆ। ਖੁਸ਼ੀ ਦੇ ਨਾਲ ਤੁਸੀਂ ਚਾਹੇ 10 ਰੁਪਏ ਵੀ ਦੇ ਦਿਓ, ਉਹ ਯੋਗ ਆ, ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਮੰਨਣ ਯੋਗ ਹੈ। ਕਿਉਂਕਿ ਅਸੀਂ ਜਾਣਦੇ ਕਿ ਇੱਕ ਵਿਧਵਾ ਔਰਤ ਨੇ 2 ਦਮੜੀਆਂ ਪਾਈਆਂ ਸੀ, ਔਰ ਯਿਸੂ ਨੇ ਕਿਹਾ ਕਿ ਇਹਨੇ ਸਭ ਨਾਲੋਂ ਵੱਧ ਪਾਇਆ, ਕਿਉਂਕਿ ਉਹਨੇ ਆਪਣੀ ਥੋੜ ਵਿੱਚੋਂ ਪਾਇਆ, ਉਹਨੇ ਆਪਣੇ ਮਨ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਪਾਇਆ। ਜਿਹੜਾ ਦਾਨ ਤੁਸੀਂ ਆਪਣੀ ਖੁਸ਼ੀ ਦੇ ਨਾਲ ਆਪਣੇ ਮਨ ਦੇ ਨਾਲ ਪਾਉਂਦੇ ਹੋ ਉਹ ਦਾਨ ਪ੍ਰਭੂ ਦੀ ਨਿਗਾਹ ਦੇ ਵਿੱਚ ਮੰਨਣ ਯੋਗ ਆ। ਕਹਿੰਦਾ ਕਿਉਂ ਜੋ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ, ਲਾਚਾਰੀ ਦੇ ਨਾਲ ਨਹੀਂ। ਇਟ ਮੀਨਸ ਕਿ ਕੰਡੀਸ਼ਨ ਨਹੀਂ ਆ ਕਿ ਬੰਨਿਆ ਦਾਨ ਦਿਓ, ਫਿਕਸ ਦਾਨ ਦਿਓ, ਕਿਉਂਕਿ ਜੇ ਅਸੀਂ ਫਿਕਸ ਲਵਾਂਗੇ ਫਿਰ ਉਹ ਵਚਨ ਦੀ ਉਲੰਘਣਾ ਹੁੰਦੀ ਕਿ ਗੁਪਤ ਵਿੱਚ ਦਿਓ। ਕਿਉਂਕਿ ਜਦੋਂ ਸਾਨੂੰ ਪਤਾ ਆ ਵੀ ਸਾਡੀ 10,000 ਸੈਲਰੀ ਅਸੀਂ 1,000 ਕੱਢਣ ਲੱਗੇ ਆ, ਫਿਰ ਉਹ ਤਾਂ ਸਾਨੂੰ ਵੀ ਪਤਾ ਤੇ ਦੂਸਰੇ ਨੂੰ ਵੀ ਪਤਾ ਕਿ ਇਹਨੇ ਇੰਨਾ ਦੇਣਾ ਹੀ ਦੇਣਾ। ਉਹ ਦਾਨ ਨਹੀਂ, ਗੁਪਤ ਵਾਲਾ ਦਾਨ। ਜਿੰਨਾ ਦਾਨ ਤੁਹਾਡਾ ਦਿਲ ਕਹਿੰਦਾ ਸਿਰਫ ਓਨਾ ਹੀ। ਸਿਰਫ ਦਾਨ ਦੀ ਗੱਲ ਅੱਜ ਕਰ ਰਹੇ ਆਪਾਂ, ਦਸ਼ਵਾਂਦ ਬਾਰੇ ਨਹੀਂ। ਦਸ਼ਵਾਂਦ ਆ ਜਿਹੜਾ ਉਹ 10ਵਾਂ ਹਿੱਸਾ ਆ। ਜੋ ਕੋਈ ਇਸ 10ਵੇਂ ਹਿੱਸੇ 'ਤੇ ਵਿਸ਼ਵਾਸ ਕਰਦਾ ਤੇ ਅਗਰ ਉਹ ਕਵੇ ਕਿ ਮੇਰਾ ਮਨ ਨਹੀਂ ਹੈਗਾ, ਮੈਂ ਵਿਸ਼ਵਾਸ ਤਾਂ ਕਰਦਾ ਪਰ ਮੇਰਾ ਮਨ ਨਹੀਂ ਹੈਗਾ, ਉਹ ਅੱਜ ਦੇ ਇਸ ਵਚਨ ਨੂੰ ਜਾਣੇ ਕਿ ਜਿੱਥੇ ਤੁਹਾਡਾ ਮਨ ਆ, ਪਰਮੇਸ਼ਰ ਕਹਿੰਦਾ ਜਿੰਨਾ ਤੁਸੀਂ ਦਿਲ 'ਚ ਧਾਰਿਆ, ਜਿੰਨਾ ਕੁ ਦੇ ਕੇ ਤੁਹਾਨੂੰ ਖੁਸ਼ੀ ਹੁੰਦੀ ਉਹੀ ਕਰੋ, ਕਿਉਂਕਿ ਮਨ ਮਾਰ ਕੇ ਦਿੱਤਾ ਦਾਨ ਪਰਮੇਸ਼ਰ ਨੂੰ ਪਸੰਦ ਨਹੀਂ ਕਰ ਸਕਦਾ। ਹਾਲੇਲੂਇਆ। ਨੈਕਸਟ ਵਚਨ 'ਚ ਜਾਣਾਂਗੇ ਫਿਲਿੱਪੀਆਂ 4 ਉਹਦੀ 17 ਨੰਬਰ ਆਇਤ ਨੂੰ, ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ, ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਾਧਾ ਜਾਵੇ। ਹਾਲੇਲੂਇਆ। ਹੁਣ ਵਚਨ 'ਚ ਇਹ ਚੀਜ਼ ਲਿਖੀ ਜ਼ਰੂਰ ਆ ਕਿ ਦਾਨ ਦੇਣਾ ਚਾਹੀਦਾ, ਪਰ ਉਹ ਦਾਨ ਪਰਮੇਸ਼ਰ ਨੂੰ ਨਹੀਂ ਚਾਹੀਦਾ। ਵਚਨ ਸਾਨੂੰ ਕੀ ਕਹਿੰਦਾ ਕਿ ਮੈਨੂੰ ਤੁਹਾਡਾ ਦਾਨ ਨਹੀਂ ਚਾਹੀਦਾ, ਪਰ ਮੈਂ ਉਹ ਦਾਨ ਚਾਹੁੰਦਾ ਜਿਹੜਾ ਤੁਹਾਡੇ ਲੇਖੇ 'ਚ ਵਾਧਾ ਜਾਵੇ। ਹੁਣ ਅੱਜ ਅਸੀਂ ਇਸ ਵਹਿਮ ਦੇ ਵਿੱਚੋਂ ਨਿਕਲਾਂਗੇ ਕਿ ਜਿਹੜੇ ਅਸੀਂ ਪੈਸੇ ਦੇ ਰਹੇ ਹਾਂ ਉਹ ਪ੍ਰਭੂ ਨੂੰ ਦੇ ਰਹੇ ਹਾਂ, ਕਿਉਂਕਿ ਪ੍ਰਭੂ ਨੇ ਸਿੱਧਾ ਹੀ ਕਹਿਤਾ ਕਿ ਮੈਨੂੰ ਤੁਹਾਡਾ ਦਾਨ ਨਹੀਂ ਚਾਹੀਦਾ। ਪਰਮੇਸ਼ਰ ਨੂੰ ਸਾਡੇ ਪੈਸੇ ਨਹੀਂ ਚਾਹੀਦੇ, ਪਰ ਪਰਮੇਸ਼ਰ ਨੇ ਉਹ ਦਾਨ ਦੇਣ ਦੇ ਲਈ ਕਿਉਂ ਕਿਹਾ? ਤਾਂ ਜੋ ਜਿਹੜੀ ਸਾਡੀ ਚਰਚ ਬਿਲਡਿੰਗ ਆ ਉਹਦੇ ਵਿੱਚ ਭੋਜਨ ਦੀਆਂ ਅਵਸਥਾ ਰਹਿਣ। ਜੋ ਸਾਨੂੰ ਭੋਜਨ ਚਾਹੀਦਾ
परमेश्वर कहना मैनू तुहाडा दान नहीं चाहिदा, मैनू तो वो दान चाहिदा जिहड़ा तुहाडे लेखे च वाधा जावे। क्योंकि परमेश्वर कहता भी धनी इंसान स्वर्ग च नहीं वड़ सकदा। परमेश्वर कहता भी एक इंसान दो मालकां की सेवा नहीं कर सकदा। प्रभु कहता पैसा अते परमेश्वर तुसीं दोवें नहीं रख सकदे। इहदा मतलब परमेश्वर नूं संसारिक धन की जरूरत नहीं है। परमेश्वर नूं वो धन चाहिदा जिहड़ा साडे लेखे च वाधा जावे, और वो धन हैगा समय का दशवंध, अपने साहां का दशवंध, अपने शब्दां का दशवंध, धन्नवाद दीआं भेटां, धन्नवाद दा दान परमेश्वर नूं चाहिदा। पर यह जिहड़ा दान पैसे का देण नूं परमेश्वर ने कहा, वो किस लिए कहा आ, वो जानने के लिए असीं वचन चों पढ़ांगे। मलाकी उहदे 3 नंबर अध्याय दी 9 और 10 नंबर आयत नूं, तुसीं शरापियां दे शरापी होए, तुसीं मैनूं ठगदे हो, सगों सारी कौम भी अजिहा करदी है। मेरे दशवंध मेरे मोदी खाने विच लियाओ, तां जो मेरे भवन दे विच भोजन होवे, अते उसे नाल मैनू जरा परखो। सेना दा यहोवा आखदा है कि मैं तुहाडे लई आकाश दीआं खिड़कियां खोलदा हाँ कि नहीं, तां कि तुहाडे लई बरकतां वरावां, इत्थों तक कि ओहदे लई थां ना होवेगा। हालेलुया। हुण प्रभु का वचन सानूं की कहंदा, कहंदा तुसीं मैनूं ठग लैंदे आ अपने दाना दशवंधां दे नाल। कहंदा तुसीं वहम दे विच रहंदे आ कि असीं प्रभु नूं पैसा दे रहे आ, असीं प्रभु दे नाम ते दे रहे आ, असीं प्रभु नूं ही दे रहे आ। बहुत गल्लां दी बहुत सारिਆਂ दी ਇਹ सोच है कि असीं प्रभु नूं दान दशवंध दे रहे आ। पर परमेश्वर कहता मैनू तुहाडा धन दौलत पैसा नहीं चाहिए। कहता तुसीं मैनू परमेश्वर नूं परमेश्वर दी चीज़ां दे के खुश नहीं कर सकते। इट मीनस कि जिहड़ा पैसा आ वो परमेश्वर नहीं वेखदा, वो परमेश्वर नूं नहीं चाहिए। वो पैसा किहदे लई है? क्योंकि जदों प्रभु ने अपने चेलियां नूं भेजिया सी, उन्हां नूं कहा सी कि तुसीं जाओ अपने खाण पीण पहनण दी अते जुत्ती दी अपने कपड़े लत्ते दी फिक्र ना करो, ये सारियां चीज़ां तुहानूं दित्तियां जाणगियां। और जो दान दशवंध जांदा, वचन कहता कि सारे दशवंध मेरे मोदी खाने विच लैके आओ। मोदी खाना की हुंदा? किचन अवस्था, जिथे किचन का समान खाण पीण दी अवस्था। इट मीनस कि जिहड़ा जा रहा दान दशवंध वो किहदे लई जा रहा? भवन दे विच भोजन दियां अवस्था दे लई, भोजन दियां चीज़ां दे लई। और सैकेंडली जो उत्थे वर्कर ने जो भी मतलब उस जगह ते काम कर रहे हैं, सपोज वो पास्टर आ, उन्हां दे लई जा रहा वो दान दशवंध, परमेश्वर दे लई नहीं जा रहा। क्योंकि संसारिक लोगों को संसारिक चीज़ों की जरूरत है, संसारिक बंदे नूं संसारिक दान की जरूरत है। जिहड़ा पर्सन उत्थे खड़ा होया, असीं जानते हैं कि उन्हें परमेश्वर के लिए अपना घर बार त्याग्या, वो साडे लई मेहनत कर रहा, उन्होंने जरूरत आ कि उहदे लई भी कुछ असीं दईए। क्योंकि ये परमेश्वर का हुक्म आ कि जो तुहानूं अगर जो तुसीं सेवा कर रहे हो उहदा फल तुहानूं मिलेगा। क्योंकि संसारिक एक जगह जो एक सपोज गल करदे कि एक इंसान है, वो इंसान सेवा कर रहा, भोजन वस्तां दी उहनूं भी जरूरत है, घर परिवार उहदा भी हैगा, उन्हें भी अपने बच्चे पालने ने। अगर वो साडे लई खड़ा तो थोड़ा बहुत हिस्सा उहदा बनदा, बट उन्ना की जिन्ना असीं दे सकते हैं। किसी दास नूं ये अधिकार नहीं हैगा कि वह मूँह मंग के दान लवे, किसी दास नूं ये अधिकार नहीं हैगा कि वह फिक्स करके दान लवे, किसी दास नूं ये अधिकार नहीं हैगा कि वह किसी नूं ये गल कवे कि तू चर्च आ रहा, तू प्रेयर करवा रहा, तू मैनू पैसे दे। क्योंकि वचन कहता कि तुहानूं फ्री दे विच मिलिया अते फ्री दे विच ही दओ, मुफ्त मिलिया ते मुफ्त दओ। दान देना हर एक बंदे दी अपनी खुशी आ, कोई देना चाहे देवे, कोई नहीं देना चाहे ना देवे, पर हाँ जिथे तुहाडा दिल आ उत्थे दिओ। वचन कहता जां तो अपने परमेश्वर नाल कोई वादा ही ना करो, अगर कीता है तो उन्होंने पूरा करो, जां दान दशवंध की गल ही ना मूँह चों कड्डो। अगर तुसी कह दिता कि मैं दान दशवंध देवांगा तो उन्होंने पूरा भी करो। परमेश्वर के द्वारा वो दान सही आ जिहड़ा गुप्त विच दिता जाए और अपने मन दे नाल दिता जाए। चाहे 6 महीने तुहाडा मन नहीं करता कि मैं दान नहीं देना, ना देवो। चाहे साल तुहाडा मन नहीं करता कि मैं दान नहीं देना चाहता, ना दिओ। जिद्दे तुहाडे घर च खुशी आ उहदे तुसीं भावें 5000 दिओ, भावें 10,000 दिओ, पर खुशी ना दिओ। भावें 5 रुपये दो, भावें 10 रुपये दो, पर खुशी नाल दो। खुशी नाल दिते 5 रुपये तुहाडे 5 लाख नालों वध के आ। पर मन मार के दबा थले आके जबरदस्ती और इस करके कि साडे दास ने कहा सी जी अपनिया दान दशवंधां लैके साडे कोले आउणा आ, जां फिर साडे दास ने कहा कि अगर प्रेयर कराओगे तो तुहानूं पैसे देने पैने। गलत तरीके दा दान ना दो, गलत फहमी दे विच दान ना दिओ, गलत विचारां दे हिसाब दे नाल दान ना दिओ, क्योंकि परमेश्वर नूं साडा दान नहीं चाहिदा।
ਜਿਹਨੂੰ ਚਾਹੀਦਾ ਆ ਉਹ ਮੰਗ ਨਹੀਂ ਸਕਦਾ, ਔਰ ਜਿਹੜਾ ਦੇ ਰਿਹਾ ਆ ਉਹ ਜ਼ਬਰਦਸਤੀ ਨਹੀਂ ਦੇ ਸਕਦਾ, ਔਰ ਜਿਹਨੇ ਰਿਸੀਵ ਕਰਨਾ ਉਹਨੂੰ ਕਦੇ ਵੀ ਕਿਸੇ ਨੂੰ ਫਿਕਸ ਕਰਨ ਦੀ ਜ਼ਰੂਰਤ ਨਹੀਂ ਆ। ਦਾਨ ਮਨ ਦਾ, ਦਾਨ ਖੁਸ਼ੀ ਦਾ, ਭਾਵੇਂ 5 ਭਾਵੇਂ 10, ਮਨ ਤੋਂ, ਦਿਲ ਤੋਂ, ਖੁਸ਼ੀ ਤੋਂ ਦਿਓ, ਜਿਹੜਾ ਪਰਮੇਸ਼ਰ ਨੂੰ ਪਸੰਦ ਆਵੇ, ਮਨ ਮਾਰ ਕੇ ਨਹੀਂ, ਕਿਉਂਕਿ ਦਾਨ ਸਾਨੂੰ ਸਿਰਫ ਭੋਜਨ ਵਸਤਾਂ ਦੇ ਲਈ ਚਾਹੀਦਾ। ਔਰ ਕਹਿੰਦਾ ਵੇਖੋ ਕਿ ਅਗਰ ਤੁਸੀਂ ਭੋਜਨ ਵਸਤਾਂ ਦੇ ਲਈ ਦਾਨ ਦਸ਼ਵਾਂਦ ਦੇ ਰਹੇ ਹੋ, ਇਸ ਲਈ ਨਹੀਂ ਕਿ ਕਿਸੇ ਦਾ ਮਤਲਬ ਕੱਢਣ ਦੇ ਲਈ, ਇਸ ਲਈ ਨਹੀਂ ਕਿ ਕਿਸੇ ਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਦੇਣ ਲਈ, ਇਸ ਲਈ ਕਿ ਤੁਸੀਂ ਮੇਰੇ ਭਵਨ ਦੇ ਵਿੱਚ ਭੋਜਨ ਵਸਤਾਂ ਨੂੰ ਪੂਰੀਆਂ ਕਰੋ। ਕਹਿੰਦਾ ਆਪਣੇ ਦਾਸਾਂ ਦੀਆਂ ਜ਼ਰੂਰਤਾਂ ਦੇ ਵਿੱਚ ਹਿੱਸੇਦਾਰ ਹੋ, ਮਤਲਬ ਜੋ ਉਹਨਾਂ ਨੂੰ ਜ਼ਰੂਰਤ ਆ ਉਹ ਪੂਰੀਆਂ ਕਰੋ। ਪਰ ਕਿਸੇ ਵੀ ਦਾਸ ਨੂੰ ਪਰਮੇਸ਼ਰ ਨੇ ਇਹ ਹੱਕ ਨਹੀਂ ਦਿੱਤਾ ਕਿ ਤੁਸੀਂ ਦਾਨ ਫਿਕਸ ਕਰੋ ਜਾਂ ਦਾਨ ਮੰਗ ਕੇ ਲਓ। ਮੰਗਿਆ ਜਿਹੜਾ ਹੁੰਦਾ ਉਹ ਦਾਨ ਨਹੀਂ, ਉਹ ਭੀਖ ਹੁੰਦੀ ਆ। ਔਰ ਪਰਮੇਸ਼ਰ ਦੇ ਵਿੱਚ ਅਸੀਂ ਰਾਜ ਦੇ ਪੁੱਤਰ ਆ, ਅਸੀਂ ਰਾਜੇ ਆ, ਅਸੀਂ ਰਾਜੇ ਦੇ ਧੀਆਂ ਪੁੱਤਰ ਆ। ਸਾਨੂੰ ਭੀਖ ਮੰਗਣ ਦੀ ਆਗਿਆ ਨਹੀਂ ਆ। ਸਾਨੂੰ ਪਰਮੇਸ਼ਰ ਦੀ ਕਿਰਪਾ, ਆਸ਼ੀਸ਼, ਦਇਆ ਦੇ ਵੱਲੋਂ ਜੋ ਮਿਲ ਗਿਆ ਉਹ ਮਿਲ ਗਿਆ, ਪਰ ਕੋਈ ਇਨਸਾਨ ਭੀਖ ਨਹੀਂ ਮੰਗ ਸਕਦਾ, ਕਿਉਂਕਿ ਅਸੀਂ ਰਾਜੇ ਦੇ ਪੁੱਤਰ ਆ, ਪਰਮੇਸ਼ਰ ਦੇ ਰਾਜ ਦੇ ਪੁੱਤਰ, ਅਸੀਂ ਵਿਰਸੇ ਦੇ ਵਾਰਿਸ ਆ। ਔਰ ਵਾਰਿਸ ਅਗਰ ਭੀਖ ਮੰਗਣ ਲੱਗ ਜਾਵੇ ਤਾਂ ਜੋ ਵਿਰਸੇ ਦਾ ਮਾਲਿਕ ਆ, ਜੋ ਸਾਡਾ ਪਿਤਾ ਆ, ਉਹਦੇ ਨਾਮ ਨੂੰ ਅਸੀਂ ਕਲੰਕਿਤ ਕਰ ਰਹੇ ਹਾਂ। ਉਹ ਦਾਨ ਨਹੀਂ ਜੋ ਤੁਸੀਂ ਮੰਗੋ, ਉਹ ਦਾਨ ਜੋ ਸਾਹਮਣੇ ਵਾਲਾ ਤੁਹਾਨੂੰ ਖੁਸ਼ੀ ਨਾਲ ਦੇਵੇ। ਔਰ ਵਚਨ ਕਹਿੰਦਾ ਕਿਹਦੇ ਲਈ? ਮੇਰੇ ਭਵਨ ਦੇ ਵਿੱਚ ਭੋਜਨ ਦੀਆਂ ਵਸਤਾਂ ਦੇ ਲਈ ਦਾਨ ਦਸ਼ਵਾਂਦ ਦਿਓ। ਜਦੋਂ ਤੁਸੀਂ ਭੋਜਨ ਦੀਆਂ ਵਸਤਾਂ ਲਈ ਦਾਨ ਦਸ਼ਵਾਂਦ ਦਿਓਗੇ ਤਾਂ ਮੈਂ ਸੈਨਾ ਦਾ ਯਹੋਵਾ ਤੁਹਾਨੂੰ ਆਖਦਾ ਕਿ ਮੈਂ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ ਤੁਹਾਡੇ 'ਤੇ ਬਰਕਤਾਂ ਦਾ ਮੀਂਹ ਵਰਾਵਾਂਗਾ, ਔਰ ਇੰਨਾ ਕਿ ਤੁਹਾਡੇ ਕੋਲ ਰੱਖਣ ਲਈ ਥਾਂ ਨਹੀਂ ਹੋਵੇਗੀ। ਪਰ ਕੋਈ ਵੀ ਇਸ ਚੀਜ਼ ਲਈ ਨਾ ਦੇਵੇ ਕਿ ਜੋ ਮੈਂ ਦੇ ਰਿਹਾ ਉਹਨੂੰ ਮੈਂ ਲਵਾਂਗਾ। ਅਗਰ ਮੈਂ ਅੱਜ ਦੇ ਰਿਹਾ ਤਾਂ ਮੈਨੂੰ ਵਾਪਸ ਮਿਲੇ, ਕਿਉਂਕਿ ਪ੍ਰਭੂ ਨੇ ਕੀ ਕਿਹਾ ਕਿ ਇਸ ਲਈ ਨਾ ਦਿਓ ਕਿਸੇ ਨੂੰ ਕਿ ਤੁਹਾਨੂੰ ਡਬਲ ਕਰਕੇ ਮਿਲੇ। ਕਿਸੇ ਨੂੰ ਦਿਓ ਤੇ ਬਦਲੇ ਵਿੱਚ ਵਾਪਸ ਲੈਣ ਦੀ ਉਮੀਦ ਨਾ ਰੱਖੋ। ਜੋ ਤੁਸੀਂ ਦਿੱਤਾ ਉਹਨੂੰ ਛੱਡ ਦਿਓ, ਉਹਨੂੰ ਭੁੱਲ ਜਾਓ। ਅਗਰ ਪਰਮੇਸ਼ਰ ਨੇ ਚਾਹਿਆ ਤਾਂ ਤੁਹਾਨੂੰ ਮਿਲ ਜਾਏਗਾ, ਅਗਰ ਪ੍ਰਭੂ ਦੀ ਇੱਛਾ ਨਾ ਹੋਈ ਤਾਂ ਤੁਹਾਨੂੰ ਨਾ ਦੇਵੇਗਾ। ਪਰ ਕਦੇ ਵੀ ਇਸ ਚੀਜ਼ ਦੇ ਲਈ ਨਾ ਬੀਜੋ ਕਿ ਤੁਸੀਂ ਜੋ ਬੀਜੋਗੇ ਉਹ ਵੱਢੋਗੇ। ਹੁਣ ਇੱਕ ਗੱਲ ਆ ਕਿ ਕਹਿ ਦਿੰਦੇ ਆਪਣੇ ਹੱਥਾਂ ਵਿੱਚ ਬੀਜ ਲਓ, ਬੀਜ ਲਓ ਤੇ ਉਸ ਬੀਜ ਨੂੰ ਬੀਜੋ ਕਿ ਜਿੰਨਾ ਤੁਸੀਂ ਬੀਜੋਗੇ ਉਸ ਤੋਂ ਵੱਧ ਵੱਢੋਗੇ। ਜੋ ਤੁਸੀਂ ਬੀਜੋਗੇ ਉਹੀ ਵੱਢੋਗੇ। ਹੁਣ ਇਸ ਗੱਲ ਦੇ ਵਿੱਚ ਆਗੂ ਸਾਨੂੰ ਗਲਤ ਸਿੱਖਿਆ ਦੇ ਰਿਹਾ। ਉਹ ਕੀ ਕਹਿ ਰਿਹਾ ਕਿ ਜੋ ਬੀਜੋਗੇ ਉਹੀ ਵੱਢੋਗੇ। ਇਹਦਾ ਮਤਲਬ ਅਸੀਂ ਪੈਸੇ ਬੀਜ ਰਹੇ ਹਾਂ ਤਾਂ ਮਤਲਬ ਅਸੀਂ ਪੈਸੇ ਵੱਢਾਂਗੇ। ਪਰ ਪਰਮੇਸ਼ਰ ਸਾਨੂੰ ਕੀ ਕਹਿ ਰਿਹਾ ਕਿ ਇੱਕ ਧਨੀ ਇਨਸਾਨ ਦਾ ਸਵਰਗ ਰਾਜ ਦੇ ਵਿੱਚ ਵੜਨਾ ਕਿੱਡਾ ਹੀ ਔਖਾ ਆ। ਕਹਿੰਦਾ ਇੱਕ ਊਠ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਏਗਾ, ਪਰ ਇੱਕ ਧਨੀ ਇਨਸਾਨ ਸਵਰਗ 'ਚ ਨਹੀਂ ਵੜ ਸਕਦਾ। ਇਹਦਾ ਮਤਲਬ ਜਿਹੜਾ ਦਾਸ ਸਾਨੂੰ ਕਹਿ ਰਿਹਾ ਕਿ ਜੋ ਬੀਜੋਗੇ ਉਹ ਵੱਢੋਗੇ, ਮਤਲਬ ਪੈਸੇ ਬੀਜੋਗੇ ਤੇ ਪੈਸੇ ਵੱਢੋਗੇ, ਤਾਂ ਇਹਦਾ ਮਤਲਬ ਉਹ ਵਚਨ ਦੇ ਖਿਲਾਫ ਜਾ ਰਿਹਾ, ਕਿਉਂਕਿ ਵਚਨ ਤਾਂ ਸਾਨੂੰ ਕਹਿ ਰਿਹਾ ਕਿ ਤੁਹਾਨੂੰ ਧਨ ਦੌਲਤ ਦੀ ਜ਼ਰੂਰਤ ਹੀ ਨਹੀਂ ਆ। ਵਚਨ ਸਾਨੂੰ ਕੀ ਕਹਿੰਦਾ? ਨੈਕਸਟ ਵਚਨ ਜੋ ਅਸੀਂ ਪੜਾਂਗੇ ਮਤੀ 23 ਉਹਦੀ 23 ਔਰ 24 ਨੰਬਰ ਆਇਤ ਨੂੰ, ਹੇ ਕਪਟੀ ਉਪਦੇਸ਼ਕੋ ਅਤੇ ਫਰੀਸੀਓ ਤੁਹਾਡੇ ਉੱਤੇ ਹਾਏ, ਕਿਉਂ ਜੋ ਤੁਸੀਂ ਪੁਦੀਨੇ, ਸੌਂਫ ਅਤੇ ਜੀਰੇ ਦਾ ਦਸ਼ਵਾਂਦ ਦਿੰਦੇ ਹੋ, ਪਰ ਮੂਸਾ ਦੀ ਵਿਵਸਥਾ ਦੇ ਵੱਡੇ ਕੰਮਾਂ ਨੂੰ ਅਰਥਾਤ ਨਿਆਂ, ਦਇਆ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। ਹੇ ਅੰਨੇ ਆਗੂਓ ਜਿਹੜੇ ਮੱਛਰ ਪੁਣ ਲੈਂਦੇ ਹੋ ਅਤੇ ਊਠ ਨਿਗਲ ਜਾਂਦੇ ਹੋ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ? ਸਭ ਤੋਂ ਪਹਿਲਾਂ ਪਰਮੇਸ਼ਰ ਨੇ ਕਿਹਾ ਕਿ ਤੁਹਾਡੇ ਉੱਤੇ ਹਾਏ ਹਾਏ। ਕਿਉਂ ਕਿਹਾ? ਕਹਿੰਦਾ ਤੁਸੀਂ ਖਾਣੇ ਪੀਣੇ ਦੀਆਂ ਰਸਤਾਂ ਦਾ ਦਸ਼ਵਾਂਦ ਤਾਂ ਲੈ ਕੇ ਆ ਗਏ, ਪਰ ਕਹਿੰਦਾ ਦਇਆ ਅਤੇ ਵਿਸ਼ਵਾਸ ਅਤੇ ਮੇਰੇ ਹੁਕਮਾਂ ਨੂੰ ਤੁਸੀਂ ਛੱਡ ਦਿੱਤਾ। ਸਿਰਫ ਪੈਸਾ ਲੈ ਕੇ ਕਹਿੰਦਾ ਤੁਸੀਂ ਮੇਰੇ ਕੋਲੇ ਆ ਗਏ, ਪਰ ਤੁਹਾਡੇ ਸ਼ਬਦਾਂ ਦੀ ਭੇਟ, ਤੁਹਾਡੇ ਸਾਹਾਂ ਦਾ ਦਸ਼ਵਾਂਦ, ਤੁਹਾਡੇ ਮੂੰਹ ਦੀਆਂ ਭੇਟਾਂ, ਧੰਨਵਾਦ ਕਿੱਥੇ ਗਿਆ? ਕਿੱਥੇ ਗਿਆ ਤੁਹਾਡਾ ਮੇਰੀ ਹਜ਼ੂਰੀ 'ਚ ਬੈਠਣਾ? ਸਿਰਫ ਦਾਨ ਦਸ਼ਵਾਂਦ ਦੇ ਕੇ ਸਾਨੂੰ ਲੱਗਦਾ ਵੀ ਵਫਾਦਾਰੀ ਨਾਲ ਦਾਨ ਦੇਵਾਂਗੇ ਤੇ ਅਸੀਂ ਸਵਰਗ 'ਚ ਪਹੁੰਚ ਜਾਵਾਂਗੇ। ਔਰ ਇਹ ਸਾਰੀ ਗਲਤੀ ਕਿਹਨਾਂ ਦੀ? ਆਗੂਆਂ ਦੀ, ਦਾਸਾਂ ਦੀ, ਪਸਟਰਾਂ ਦੀ, ਜੋ ਸਾਨੂੰ ਗਲਤ ਸਿੱਖਿਆ ਦੇ ਰਹੇ ਨੇ। ਕਹਿੰਦਾ ਹੇ ਅੰਨੇ ਆਗੂਓ, ਪਰਮੇਸ਼ਰ ਦਾਸਾਂ ਨੂੰ ਵੀ ਡਾਂਟ ਰਿਹਾ ਇੱਥੇ, ਕਹਿ ਰਿਹਾ ਗਲਤ ਸਿੱਖਿਆ ਦੇਣ ਵਾਲੇ ਅੰਨੇ ਆਗੂਓ, ਕਹਿੰਦਾ ਤੁਸੀਂ ਮੱਛਰ ਨੂੰ ਤਾਂ ਪੁਣ ਲੈਂਦੇ ਆ, ਤੁਸੀਂ ਮਤਲਬ ਦਾਨਾ ਦਸ਼ਵਾਂਦਾਂ ਦੀ ਚੋਰੀ ਨੂੰ ਤਾਂ ਬੜੀ ਛੇਤੀ ਕਹਿੰਦਾ ਫੜ ਲੈਂਦੇ ਆ। ਅਗਰ ਕੋਈ ਨਹੀਂ ਦਿੰਦਾ ਤਾਂ ਝੱਟ ਦੇ ਨੇ ਉਹਦੀ ਕਲਾਸ ਲਗਾ ਦਿੰਦੇ ਕਿ ਤੁਸੀਂ ਦਾਨ ਦਸ਼ਵਾਂਦ ਨਹੀਂ ਜੀ ਚਰਚ 'ਚ ਲੈ ਕੇ ਆਉਂਦੇ ਤਾਂ ਤੁਹਾਡੇ ਘਰਾਂ 'ਚ ਬਰਕਤ ਨਹੀਂ ਹੈਗੀ।
ਪਰ ਕਹਿੰਦਾ ਤੁਸੀਂ ਊਠ ਨਿਗਲ ਜਾਂਦੇ ਆ। ਮਤਲਬ ਜਿਹੜੀ ਵੱਡੀ ਗੱਲ ਆ ਉਹ ਹੈਗੀ ਹੁਕਮਾਂ ਵਿਧੀਆਂ ਦੀ ਪਾਲਣਾ ਕਰਨਾ, ਪਰਮੇਸ਼ਰ ਦੀ ਹਜ਼ੂਰੀ 'ਚ ਧੰਨਵਾਦ ਦੀਆਂ ਭੇਟਾਂ ਲੈ ਕੇ ਆਉਣੀਆਂ ਜਿਹੜੀਆਂ ਸਭ ਤੋਂ ਉੱਤਮ ਭੇਟਾਂ ਆ। ਤੌਬਾ ਕਰਨੀ, ਧੰਨਵਾਦ ਕਰਨਾ, ਵਿਸ਼ਵਾਸ ਕਰਨਾ, ਦਇਆ ਕਰਨੀ, ਹੁਕਮਾਂ ਦੀ ਪਾਲਣਾ ਕਰਨੀ ਇੱਕ ਵੱਡਾ ਮਕਸਦ ਆ ਜੋ ਇੱਕ ਦਾਸ ਦਾ ਕੰਮ ਆ ਕਿ ਕਲੀਸਿਆ ਪੂਰਿਆ ਕਰੇ। ਪਰ ਇੱਕ ਦਾਸ ਦਾ ਅੱਜ ਸਭ ਤੋਂ ਪਹਿਲਾ ਅਤੇ ਆਖਰੀ ਮਕਸਦ ਕੀ ਹੋ ਗਿਆ ਜੀ? ਦਾਨ ਦਸ਼ਵਾਂਦ ਦਿਓਗੇ ਤਾਂ ਬਚਾਏ ਜਾਓਗੇ, ਬੀਜੋਗੇ ਤਾਂ ਬਚਾਏ ਜਾਓਗੇ, ਪੈਸੇ ਲਿਆਓਗੇ ਤਾਂ ਬਚਾਏ ਜਾਓਗੇ। ਕਿਉਂ ਤੁਸੀਂ ਅੰਨੇ ਆਗੂਆਂ ਦੇ ਪਿੱਛੇ ਲੱਗ ਰਹੇ ਹੋ? ਪਰਮੇਸ਼ਰ ਦਾ ਵਚਨ ਸਾਨੂੰ ਕਲੀਅਰ ਕਹਿ ਰਿਹਾ ਕਿ ਉਹ ਅੰਨੇ ਆਗੂ ਆ। ਕਹਿੰਦਾ ਉਹ ਮੱਛਰ ਤਾਂ ਪੁਣ ਲੈਂਦੇ ਆ, ਤੁਹਾਡੇ ਅੰਦਰ ਦੀਆਂ ਬੁਰਾਈਆਂ ਵੇਖ ਲੈਂਦੇ ਆ, ਇਹ ਵੇਖ ਲੈਂਦੇ ਆ ਵੀ ਤੁਸੀਂ ਦਾਨ ਨਹੀਂ ਦਿੱਤਾ ਇਸ ਕਰਕੇ ਤੁਹਾਡੇ ਘਰ 'ਚ ਬੁਰਾਈ ਆ। ਪਰ ਕਦੇ ਕਿਸੇ ਨੇ ਇਹ ਪੁੱਛਿਆ ਕਿ ਤੁਸੀਂ ਕਿੰਨਾ ਟਾਈਮ ਪ੍ਰੇਅਰ ਕੀਤੀ? ਕਦੇ ਕਿਸੇ ਨੇ ਇਹ ਪੁੱਛਿਆ ਕਿ ਤੁਸੀਂ ਪ੍ਰੇਅਰ ਦਾ ਦਸ਼ਵਾਂਦ ਦਿੱਤਾ? ਕਦੇ ਕਿਸੇ ਨੇ ਪੁੱਛਿਆ ਕਿ ਆਪਣੇ ਸਾਹਾਂ ਦਾ ਦਸ਼ਵਾਂਦ ਦਿੱਤਾ? ਕਦੇ ਕੋਈ ਕਹਿੰਦਾ ਕਿ ਕਿੰਨਾ ਟਾਈਮ ਧੰਨਵਾਦ ਕਰਦੇ ਹੋ ਤੇ ਕਿੰਨਾ ਟਾਈਮ ਤੌਬਾ ਕਰਦੇ ਹੋ? ਜਦੋਂ ਸਾਨੂੰ ਦਾਨ ਦਸ਼ਵਾਂਦ 'ਤੇ ਰੋਜ਼ ਲੈਕਚਰ ਦਿੱਤਾ ਜਾਂਦਾ, ਹਰ ਸੰਡੇ ਕਹਾਣੀਆਂ ਸੁਣਾਈਆਂ ਜਾਂਦੀਆਂ, ਫਿਰ ਪ੍ਰਾਰਥਨਾ ਦੇ ਲਈ ਔਰ ਹੁਕਮਾਂ ਨੂੰ ਮੰਨਣ ਦੇ ਲਈ, ਇਨਸਾਨੀਅਤ, ਦਇਆ, ਵਿਸ਼ਵਾਸ ਕਰਨ ਦੇ ਲਈ ਕਿਉਂ ਨਹੀਂ ਸਿਖਾਇਆ ਜਾਂਦਾ? ਕਿਉਂ ਉਹ ਊਠ ਤਾਂ ਖਾ ਜਾਂਦੇ ਆ ਤੇ ਮੱਛਰ ਤੋਂ ਉਹਨਾਂ ਨੂੰ ਘਿਣ ਆਉਂਦੀ ਆ? ਕਿਉਂ ਉਹ ਸਾਨੂੰ ਦਾਨਾਂ ਦਸ਼ਵਾਂਦਾਂ ਦੇ ਵਿੱਚ ਤਾਂ ਬੰਨੀ ਜਾਂਦੇ ਪਰ ਪ੍ਰਭੂ ਦੇ ਵਚਨ ਤੇ ਉਹਦੇ ਹੁਕਮਾਂ 'ਚ ਬੰਨਣਾ ਭੁੱਲ ਗਏ ਆ। ਉਹ ਕਹਿੰਦੇ ਵੀ ਸੰਸਾਰਿਕ ਬੀਜ ਬੀਜੋ ਤੇ ਸੰਸਾਰਿਕ ਵੱਢ ਲਓ, ਪਰ ਜਿਹੜੇ ਪ੍ਰਭੂ ਦੇ ਆਤਮਿਕ ਬੀਜ ਆ, ਜਿਹੜੀ ਪ੍ਰਭੂ ਦੀ ਖੇਤੀ ਆ, ਜੋ ਅਸੀਂ ਪਰਮੇਸ਼ਰ ਦੀ ਫਸਲ ਆ, ਉਹ ਕਿਉਂ ਨਹੀਂ ਪ੍ਰਭੂ ਦੀ ਫਸਲ ਦਾ ਖਿਆਲ ਰੱਖਦੇ? ਪ੍ਰਭੂ ਨੇ ਕਿਹਾ ਸੀ ਫਸਲ ਮੇਰੀ ਪੱਕੀ ਹੋਈ ਆ। ਪਰਮੇਸ਼ਰ ਨੇ ਸਾਨੂੰ ਫਸਲ ਕਿਹਾ ਸੀ ਕਿ ਮੇਰੀ ਫਸਲ ਪੱਕੀ ਹੋਈ ਆ ਪਰ ਵਾਢੇ ਥੋੜੇ ਆ। ਇਹਦਾ ਮਤਲਬ ਕਿ ਪਰਮੇਸ਼ਰ ਨੇ ਉਹਨਾਂ ਨੂੰ ਸਾਡਾ ਪਾਲਣ ਪੋਸ਼ਣ ਘੱਲਿਆ ਸੀ ਕਰਨ ਦੇ ਲਈ ਕਿ ਸਾਡੇ ਵਿੱਚ ਕਿਤੇ ਜੰਗਲੀ ਜੜੀ ਬੂਟੀ ਨਾ ਉੱਗ ਜੇ, ਵੀ ਕਿਤੇ ਜਿਹੜੀ ਮੇਰੀ ਫਸਲ ਆ ਉਹ ਖਰਾਬ ਹੋ ਜੇ। ਤਾਂ ਉਹ ਪਰਮੇਸ਼ਰ ਦੇ ਬੀਜੇ ਹੋਏ ਬੀਆਂ ਨੂੰ ਤਾਂ ਸਾੜੀ ਜਾਂਦੇ ਆ, ਪਰਮੇਸ਼ਰ ਦੀ ਬੀਜੀ ਹੋਈ ਫਸਲ ਦਾ ਤਾਂ ਨਾਸ਼ ਕਰੀ ਜਾਂਦੇ ਆ, ਪਰ ਸਿਰਫ ਦਾਨ ਦਸ਼ਵਾਂਦ ਦੇ ਉੱਤੇ, ਸੰਸਾਰਿਕ ਬੀ ਉੱਤੇ ਫੋਕਸ ਕਰਦੇ। ਉਹ ਕਿਉਂ ਕਰਦੇ? ਕਿਉਂਕਿ ਪ੍ਰਭੂ ਨੇ ਤਾਂ ਸਿੱਧਾ ਕਹਿਤਾ ਵੀ ਮੈਨੂੰ ਤੁਹਾਡੇ ਦਾਨ ਦੀ ਲੋੜ ਨਹੀਂ, ਇਹ ਜਿਹੜਾ ਦਾਨ ਮੈਂ ਤੁਹਾਨੂੰ ਦੇਣ ਦੇ ਲਈ ਕਿਹਾ ਆ ਨਾ, ਉਹ ਇਸ ਲਈ ਕਿਹਾ ਕਿ ਮੇਰੇ ਭਵਨ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਹੋਣ, ਤਾਂ ਜੋ ਜਦੋਂ ਤੁਸੀਂ ਜਾਓ ਉੱਥੇ ਜਾ ਕੇ ਤੁਹਾਨੂੰ ਖਾਣਾ ਪੀਣਾ ਮਿਲੇ, ਜਾਂ ਫਿਰ ਉਸ ਭਵਨ ਦੇ ਵਿੱਚ ਖਾਣੇ ਪੀਣੇ ਦੀਆਂ ਵਸਤਾਂ ਹੋਣ ਤਾਂ ਜੋ ਭੁੱਖਾ, ਲਾਚਾਰ, ਗਰੀਬ, ਮਸਕੀਨ ਉੱਥੇ ਆਵੇ, ਆਪਣਾ ਪੇਟ ਭਰੇ ਅਤੇ ਮੇਰੇ ਭਵਨ ਦੇ ਵਿੱਚੋਂ ਉਹਨੂੰ ਆਸਰਾ ਮਿਲੇ ਜਿਹਨੂੰ ਲੋਕਾਂ ਨੇ ਛੱਡ ਦਿੱਤਾ। ਪਰ ਭਵਨਾਂ ਦੇ ਵਿੱਚ ਲੰਗਰ ਮੁੱਲ ਮਿਲਦਾ ਆ। ਭਵਨਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਜੋ ਕੋਈ ਪਾਸਟਰ ਨਹੀਂ ਰੋਕਦਾ, ਪਰ ਜੋ ਸੱਚਾਈ ਔਖੀ ਆ ਕਿ ਜਦੋਂ ਯਿਸੂ ਮਸੀਹ ਮੰਦਿਰ ਵਿੱਚ ਗਿਆ ਸੀ, ਜਿਹੜਾ 40 ਸਾਲ ਵਿੱਚ ਬਣਿਆ ਸੀ, ਕਹਿੰਦੇ ਸੀ ਕਿ ਪੁਰਾਣਾ, ਕਿ ਉਹਨੂੰ ਕੀ ਕਹਿੰਦਾ ਸੀ ਕਿ ਮੈਂ ਇਸ ਹੈਕਲ ਦੇ ਵਿੱਚ ਵਪਾਰ ਨਾ ਕਰੋ। ਉਹਨੇ ਕਬੂਤਰ ਵੇਚਣ ਵਾਲਿਆਂ ਦੀਆਂ ਜਿਹੜੀਆਂ ਉਹ ਤਖਤੀਆਂ ਸੀ ਉਲਟਾ ਦਿੱਤੀਆਂ ਸੀ ਕਿ ਮੇਰੇ ਪਿਤਾ ਦੇ ਘਰ ਵਿੱਚ ਵਪਾਰ ਨਾ ਕਰੋ। ਪਰ ਹਰ ਇੱਕ ਚਰਚ ਦੇ ਵਿੱਚ ਵੇਚਣ ਵਾਲੇ ਖੜੇ ਹੁੰਦੇ ਆ, ਹਰ ਇੱਕ ਚਰਚ ਦੇ ਵਿੱਚ ਖਾਣਾ ਵੇਚਣ ਵਾਲੇ, ਖਾਣ ਦੀਆਂ ਵਸਤਾਂ ਵੇਚਣ ਵਾਲੇ। ਫਿਰ ਉਸ ਭਵਨ ਦੇ ਵਿੱਚ ਵਪਾਰ ਕਿਉਂ ਚੱਲ ਰਿਹਾ ਆ? ਉਹਨੂੰ ਕਿਉਂ ਨਹੀਂ ਰੋਕਿਆ ਜਾਂਦਾ? ਜੋ ਚੀਜ਼ ਰੋਕਣੀ ਚਾਹੀਦੀ ਉਹਨੂੰ ਅਸੀਂ ਰੋਕ ਨਹੀਂ ਰਹੇ ਹੈਗੇ, ਪਰ ਇੱਕੋ ਗੱਲ ਤੇ ਅਸੀਂ ਫੋਕਸ ਕਰ ਰਹੇ ਹਾਂ ਜੀ, ਬੀ ਬੀਜੋ ਅਤੇ ਤੁਸੀਂ ਸਵਰਗ ਜਾਓਗੇ। ਪਰ ਪ੍ਰਭੂ ਕਹਿੰਦਾ ਮੈਨੂੰ ਤਾਂ ਤੁਹਾਡਾ ਪੈਸਾ ਚਾਹੀਦਾ ਹੀ ਨਹੀਂ। ਕਹਿੰਦਾ ਤੁਸੀਂ ਮੈਨੂੰ ਆਪਣੇ ਦਾਨਾਂ ਦਸ਼ਵਾਂਦਾਂ ਨਾਲ ਠੱਗ ਲੈਂਦੇ ਆ। ਤੁਸੀਂ ਕਹਿੰਦਾ ਇਸ ਗੱਲ ਦੇ ਵਹਿਮ 'ਚ ਰਹਿੰਦੇ ਵੀ ਅਸੀਂ ਪੈਸੇ ਦੇਤੇ ਤੇ ਬਸ ਹੁਣ ਅਸੀਂ ਸਵਰਗ ਦੀ ਟਿਕਟ ਪੱਕੀ, ਹੁਣ ਸਾਨੂੰ ਨਹੀਂ ਦੇ ਕੋਈ ਰੋਕ ਸਕਦਾ। ਪਰ ਕਹਿੰਦਾ ਜਿਹੜਾ ਕੰਮ ਮੇਨ ਆ ਉਹਨੂੰ ਤੁਸੀਂ ਭੁੱਲੀ ਜਾਂਦੇ ਆ। ਨੈਕਸਟ ਵਚਨ ਜੋ ਅਸੀਂ ਪੜਾਂਗੇ ਕਹੌਤਾ 17 ਉਹਦੀ 16 ਨੰਬਰ ਆਇਤ ਨੂੰ, ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਹੋਣ ਦਾ ਕੀ ਲਾਭ ਜਦ ਉਹਨੂੰ ਚਾਹੀਦਾ ਹੀ ਨਹੀਂ। ਹਾਲੇਲੂਇਆ। ਹੁਣ ਇਹ ਮੇਨ ਵਚਨ ਸਾਨੂੰ ਦੱਸਦਾ ਕਿ ਇੱਕ ਮੂਰਖ ਇਨਸਾਨ ਆ ਜਿਹਨੂੰ ਨਾ ਵਚਨ ਦਾ ਪਤਾ, ਨਾ ਪ੍ਰਾਰਥਨਾ ਕਰਨੀ ਆਉਂਦੀ ਆ, ਜਿਹਨੂੰ ਇਹ ਨਹੀਂ ਪਤਾ ਕਿ ਜੇ ਸਾਡੇ ਘਰ 'ਚ ਕੋਈ ਬਿਮਾਰ ਹੋਵੇ ਤਾਂ ਮੈਂ ਉਹਦੇ ਲਈ ਕਿਵੇਂ ਪ੍ਰੇਅਰ ਕਰਾਂ, ਅਗਰ ਸਾਡੇ ਘਰੇ ਕਰਜ਼ਾ ਹੈ ਤਾਂ ਮੈਂ ਕਿਹੜੇ ਵਚਨ ਦੇ ਨਾਲ ਪ੍ਰੇਅਰ ਕਰਾਂ, ਅਗਰ ਸਾਡੇ ਘਰ 'ਚ ਸ਼ੈਤਾਨੀ ਬੰਧਨ ਹੈ ਮੈਂ ਕਿਹੜੇ ਵਚਨ ਦੇ ਨਾਲ ਪ੍ਰੇਅਰ ਕਰਾਂ, ਔਰ ਜਿਹੜਾ ਇਹ ਵਚਨ ਲਿਖਿਆ ਗਿਆ ਇਹਦਾ ਕੀ ਮਤਲਬ ਆ। ਉਹ ਇਨਸਾਨ ਪਰਮੇਸ਼ਰ ਦੇ ਵੱਲੋਂ ਮੂਰਖ ਆ, ਕਿਉਂਕਿ ਉਹਦੇ ਕੋਲੇ ਸੰਸਾਰਿਕ ਬੁੱਧ ਭਾਵੇਂ ਹੋਵੇ ਪਰ ਪਰਮੇਸ਼ਰ ਦੇ ਵਚਨ ਦੀ, ਪ੍ਰਭੂ ਦੇ ਧੰਨਵਾਦ ਦੀ, ਪ੍ਰਭੂ ਦੀ ਮਹਿਮਾ ਦੇ ਲਈ ਉਹਦੇ ਕੋਲੇ ਕੋਈ ਗਿਆਨ ਬੁੱਧ ਨਹੀਂ ਆ। ਅਤੇ ਉਹ ਇਨਸਾਨ ਜਿਹਨੂੰ ਨਾ ਵਚਨ ਦਾ ਪਤਾ, ਨਾ ਪ੍ਰਾਰਥਨਾ ਦਾ ਪਤਾ, ਨਾ ਹੁਕਮਾਂ, ਨਾ ਵਿਧੀਆਂ ਦਾ ਪਤਾ, ਉਹ ਇਨਸਾਨ ਕਮਾਈ ਕਰ ਰਿਹਾ, ਪੈਸੇ ਦੇ ਕੇ ਚਰਚ 'ਚ ਆ ਜਾਂਦਾ ਔਰ ਪੂਰਾ ਖੁਸ਼ ਆ ਵੀ ਮੈਂ ਪੈਸੇ ਦੇ ਆਇਆ, ਮੇਰਾ ਕੰਮ ਹੋ ਗਿਆ। ਪਰ ਵਚਨ ਕਹਿੰਦਾ ਮੂਰਖ ਇਨਸਾਨ ਦੇ ਹੱਥ ਦੇ ਵਿੱਚ ਪੈਸਾ ਆ ਕਿ ਮੈਂ ਬੁੱਧ ਨੂੰ ਮੁੱਲ ਖਰੀਦ ਲਵਾਂ, ਪਰ ਕੀ ਲਾਭ ਉਹਨੂੰ, ਕੀ ਲਾਭ ਉਹਨੂੰ?
कि सिर्फ दान दे के वो स्वर्ग चल जाएगा, कि वो पैसे दे के स्वर्ग चल जाएगा। जदों उन्होंने वचन का नहीं पता, जदों उन्होंने शैतान का नहीं पता, पवित्र आत्मा का नहीं पता, दूत का नहीं पता, यीशु मसीह की चीज़ है, उन्हें की किया उन्होंने पता ही नहीं, कल्ले दान दे के कि वो स्वर्ग चल जाएगा। सब तो झूठी घिनौनी अते गंदी सिक्ख्या सानू की दिती जाती, पैसा दिओ पार लंघो। इस संसार की सिक्ख्या, बी बीजो वड्डी जाओ। सानू बी बीजन दे विच इन्ना व्यस्त कर दिता कि असी आप खुद फसल हुंदे होए असी खुद जड़ां तो खोखले पई जाने। सानू कोई ये नहीं दसदा कि तुसी परमेश्वर की फसल है, अपनी केयर करो। और असी अपनी केयर करन जोगे हुंदे तां परमेश्वर साडे लई दासां नूं क्यों खड़ा करदा? जिहड़े दास नूं साडी केयर करन दे लई खड़ा कीता वो तां आपदे ही घरे फसलां बीजण लग गया, वो तो आपदे मतलब दियां फसलां बजाउण लग गया साडे तो, जद कि उन्होंने सानू संभालण दे लई भेजिया सी, वो अपनी ऐशो आराम की जिंदगी च पै गया। उन्हें की क्या, बी बीजो पार लंघो, पैसे दो तो जी जो बीजोगे वढ़ लोगे। वो तो सच कह रहा, पैसे बीजोगे पैसे वढ़ लोगे। परमेश्वर तो तुहानू पैसे दे देगा, पर प्रभु कहता धनी इंसान स्वर्ग च नहीं वड़ सकता। हुण तुसीं ये देख लो भी असीं बहुते दान दशवंध दे के धरती उत्ते धनी बनना आ, ते वचन तो सानू कहता भी धनी स्वर्ग च वड़ ही नहीं सकता। फिर साडा की फायदा उस दान दशवंध देण दा? दान दशवंध उन्ना क ही दिओ जिन्ना क वचन के द्वारा लिखिया गया कि थोड़े चो थोड़ा पर विश्वास दे नाल। दिल तो दिओ सिर्फ इस काम लई कि खजानिਆਂ ਦੇ ਵਿੱਚ खाण पीण ਦੀਆਂ वस्तां होण, मोदी खाने ਦੇ ਵਿੱਚ मेरे भवन ਦੇ ਵਿੱਚ भोजन अवस्था होण, भोजन ਦੀਆਂ ਜ਼ਰੂਰਤਾਂ ਦੀਆਂ चीज़ां मेरे जगह ਦੇ ਵਿੱਚ होण। पर स्वर्ग जाण दे लई पैसा तुसीं नहीं दे सकदे, वचनां दी बुद्ध प्राप्त करने के लिए पैसा नहीं दे सकते। बहुत सारिया जो सब तो गलत अते मेन गल एक हो रही भी आ कि बहुत सारे जो बाइबल दीयां क्लासां दिंदे आ, बाइबल स्टडीज़ करवाउंदे आ यूट्यूब दे उत्ते या फिर बाइबल दीयां क्लासां दिंदे, उहदे विच QR कोड लगा हुंदा, पैसे दो, बी बीजो, अपनी मुट्ठी च बीज लो। कि असी वचन सिखाण दी फीस लै रहे हैं? कि असी वचन नूं वेच रहे हैं? कि असी परमेश्वर दे जो सिक्ख्या दे रहे हैं उहदा असी फीस लै रहे हैं? कि परमेश्वर दा वचन विकाऊ आ? कि सिक्ख्या सानू खरीदनी पवेगी? कि तुसी कितों खरीदी सी जो तुसी अज सानू वेच रहे हो? परमेश्वर दे वचन दा वपार चल रहा, शरेआम चल रहा। दे असी बाइबल दे सिक्ख्या रहे हैं, बाइबल दे विच लिखिया कि पैसे दा मोह ना करो, पैसे नाल नहीं दिता मैं तुहानू, पैसे नाल ना दिओ ते ना खरीदो। एक पासे असी बाइबल स्टडी दे रहे हैं, दूजे पासे साडा QR कोड लगा जी बी बीजो। इट मीनस कि वो फीस लै रहा अपनी तुहानू क्लास देण दी, पर सानू इस चीज़ की समझ ही नहीं आ रही। क्योंकि वचन कहता एक मूर्ख इंसान पैसा लैके खड़ा कि मैनू बुद्ध मिल जे, पर परमेश्वर की बुद्ध पैसे नाल खरीदी नहीं जा सकती। असी दान, फिर तो वार वार मैं एको गल कह रही, दान देने लई परमेश्वर ने क्या, पर इसलिए कि मेरे भवन विच खाण पीण दीयां वस्तां होण, इसलिए नहीं कि पैसा दिओ तो बाइबल की स्टडी तुहानू आ जाएगी, पैसा दिओ तो तुहाडे घर चों दुख रोग चले जाणगे, पैसा दिओ तो शैतान तुहानू छड्ड के जावेगा, पैसा दिओ संसार दे विच पैसा बीजो, पैसा वढ़ लो, संसारिक अमीर बन जाओ। इसलिए ना दिओ, क्योंकि बुद्ध पैसे नाल नहीं खरीदी जाती। नैक्सट वचन चो असीं पढ़ांगे उपदेशक दी पोथी उहदे 11 नंबर अध्याय दी 6 नंबर आयत नूं, सवेर नूं अपना बी बीज अते शाम नूं भी अपना हथ ढिला ना होण दे, क्यों जो तू नहीं जानदा जो इन्हां विचों किहड़ा फलेगा। ए जा ओ जा दोवां दे विचों इक्को जिहे चंगे होणगे। हालेलुया। हुण देखो ये गल सानू क्लीयर कर दी, वचन कहता सवेरे बी बीज आते शाम नूं बी बीज। हुण असीं देखदे कि ना तो हर रोज़ असीं चर्च जाने ते ना ये हैगा भी सवेरे जांदे भी चर्च च दान दिओ ते शाम नूं मुड़दे भी चर्च च दान दिओ। फिर ये किहड़े बीज की गल हो रही है? ये साडे धन्नवाद दे बीज की गल हो रही है, साडे प्रार्थना दे, साडे आराधना दे शब्दां की गल हो रही है, इत्थे साडे शमे दे दशवंध की गल हो रही है कि सवेर नूं बीज बीज, मतलब सुबह उठ के मेरा धन्नवाद कर, मेरी हजूरी च धन्नवाद दे बीज बीज, अते शाम नूं भी कहंदा अपना हथ ढिला ना कर। ये ना सोच कि मैं सुबह प्रार्थना कर ली आ तो हुण लोड़ ही नहीं मैनूं, कहंदा शाम नूं भी बीज। कहंदा क्यों जो तू नहीं जानदा कि इन्हां विचों किहड़ा फलेगा, एक फलेगा दूजा फलेगा या फिर दोवें ही। कहंदा हो सकदा दोवें ही फल जाण, इसलिए सुबह भी ते शाम नूं भी बीज, पर की बीज? पैसा नहीं, धन्नवाद दियां भेटां बीज। धन्नवाद कर, शुकराना कर उस परमेश्वर दा। असी इस गल ते बहुत घट फोकस करते हैं, पर इस गल ते करते हैं कि चर्च विच दान दशवंधां नूं लैके आओ, चर्च विच भेटां नूं लैके आओ।
ਸਭ ਤੋਂ ਗਲਤ ਸਿੱਖਿਆ ਆ। ਮੰਗਿਆ ਹੋਇਆ ਦਾਨ ਨਹੀਂ ਹੁੰਦਾ। ਮੈਂ ਵਾਰ-ਵਾਰ ਕਹਿ ਰਹੀ, ਵਚਨ ਵੀ ਵਾਰ-ਵਾਰ ਕਹਿ ਰਿਹਾ ਕਿ ਮੂੰਹੋਂ ਮੰਗਿਆ ਦਾਨ ਨਹੀਂ, ਗੁਪਤ ਵਿੱਚ ਦਿੱਤਾ ਦਾਨ ਆ। ਫਿਕਸ ਕੀਤਾ ਹੋਇਆ ਦਾਨ ਨਹੀਂ, ਗੁਪਤ ਵਿੱਚ ਕੀਤਾ ਹੋਇਆ ਦਾਨ ਆ। ਮਨ ਮਾਰ ਕੇ ਕੀਤਾ ਹੋਇਆ ਦਾਨ ਨਹੀਂ, ਦਿਲ ਦੀ ਖੁਸ਼ੀ ਤੋਂ ਦਿੱਤਾ ਹੋਇਆ ਦਾਨ ਆ। ਔਰ ਪਰਮੇਸ਼ਰ ਜੋ ਦਾਨ ਦੀ ਗੱਲ ਕਰ ਰਿਹਾ ਉਹ ਸਿਰਫ ਚਰਚ ਦੇ ਭੋਜਨ ਵਸਤਾਂ ਦੇ ਲਈ ਕਰ ਰਿਹਾ, ਇਸ ਲਈ ਨਹੀਂ ਕਿ ਤੁਸੀਂ ਉਹ ਦਾਨ ਦੇ ਕੇ ਸਵਰਗ ਚਲ ਜਾਓਗੇ। ਇਹ ਗਲਤ ਸਿੱਖਿਆ ਕਿ ਦਾਨ ਦਿਓਗੇ ਘਰ 'ਚੋਂ ਗਰੀਬੀ ਦੇ ਬੰਧਨ ਟੁੱਟ ਜਾਣਗੇ, ਤੁਸੀਂ ਦਾਨ ਦਿਓਗੇ ਦੁੱਖ ਰੋਗ ਬਿਮਾਰੀਆਂ ਟੁੱਟ ਜਾਣਗੀਆਂ। ਕਿਉਂਕਿ ਪਰਮੇਸ਼ਰ ਕੀ ਕਹਿੰਦਾ ਕਿ ਮਸੀਹ ਜ਼ਿੰਦਗੀ ਸੌਖੀ ਨਹੀਂ ਆ। ਮਸੀਹ ਜ਼ਿੰਦਗੀ ਇਹ ਨਹੀਂ ਆ ਕਿ ਤੁਸੀਂ ਮਸੀਹ 'ਚ ਆਓ ਅਤੇ ਦੁੱਖਾਂ ਰੋਗਾਂ ਤੋਂ ਨਿਜਾਤ ਪਾ ਲਓ। ਪਰ ਮਸੀਹ ਜ਼ਿੰਦਗੀ ਦਾ ਅਸਲ ਸੱਚ ਕੀ ਆ ਜੋ ਕੋਈ ਵੀ ਨਹੀਂ ਸਾਨੂੰ ਦੱਸਦਾ, ਉਹ ਕੀ ਆ ਕਿ ਮਸੀਹ 'ਚ ਆਓ, ਦੁੱਖ ਮੁਸ਼ਕਿਲ ਮੁਸੀਬਤ ਪਰੇਸ਼ਾਨੀਆਂ ਨੂੰ ਵਧਾਓ। ਕਿਉਂਕਿ ਪਰਮੇਸ਼ਰ ਕਹਿੰਦਾ ਜਿਹੜਾ ਆਪਣੇ ਦੁੱਖਾਂ ਦੀ ਸਲੀਬ ਚੱਕ ਕੇ ਮੇਰੇ ਪਿੱਛੇ ਚੱਲੇਗਾ ਉਹੀ ਮੇਰਾ ਸੱਚਾ ਦਾਸ ਹੋਏਗਾ, ਉਹੀ ਮੇਰਾ ਸੱਚਾ ਧੀ ਪੁੱਤਰ ਹੋਏਗਾ। ਪ੍ਰਭੂ ਨੇ ਤਾਂ ਕਿਤੇ ਵੀ ਨਹੀਂ ਕਿਹਾ ਕਿ ਮੈਂ ਤੁਹਾਨੂੰ ਐਸ਼ੋ ਆਰਾਮ ਦੇਵਾਂਗਾ, ਮੈਂ ਤੁਹਾਨੂੰ ਕਦੇ ਦੁੱਖ ਬਿਮਾਰੀ ਨਹੀਂ ਲੱਗਣ ਦੇਵਾਂਗਾ। ਉਹ ਤਾਂ ਕਹਿੰਦਾ ਆਪਣੇ ਦੁੱਖਾਂ ਦੀ ਸਲੀਬ ਚੱਕ ਕੇ ਮੇਰੇ ਪਿੱਛੇ ਆਓ। ਮਤਲਬ ਦੁੱਖਾਂ ਭਰੀ ਜ਼ਿੰਦਗੀ ਵਿੱਚ ਰਹਿ ਕੇ ਵੀ ਤੁਸੀਂ ਮੇਰਾ ਪਿੱਛਾ ਕਰੋ, ਉਹ ਅਸਲੀ ਬੰਦਾ ਆ। ਉਹਨੇ ਤਾਂ ਕਿਤੇ ਵੀ ਨਹੀਂ ਕਿਹਾ ਵੀ ਤੁਹਾਨੂੰ ਦੁੱਖ ਰੋਗ ਬਿਮਾਰੀਆਂ ਆਉਣਗੀਆਂ ਨਹੀਂ। ਵਚਨ ਸਾਨੂੰ ਕੀ ਕਹਿੰਦਾ ਕਿ ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ। ਉਹ ਤਾਂ ਵਚਨ ਤੋਂ ਬਿਲਕੁਲ ਨਹੀਂ ਟਲਦਾ। ਪਰਮੇਸ਼ਰ ਸੱਚਾਈ ਦੱਸਣ ਲੱਗਾ ਟਲਦਾ ਨਹੀਂ ਆ, ਬਸ ਛੁਪਾਉਣ ਵਾਲੇ ਛੁਪਾਈ ਜਾਂਦੇ ਆ। ਉਹ ਇਸ ਕਰਕੇ ਕਿਉਂਕਿ ਸਾਨੂੰ ਗਿਆਨ ਹੀ ਨਹੀਂ ਹੈਗਾ। ਅਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬੈਠੇ ਆ ਕਿ ਵੀ ਅਸੀਂ ਤਾਂ ਨਾ ਪੜ੍ਹ ਸਕਦੇ ਆ ਨਾ ਬੋਲ ਸਕਦੇ ਆ। ਸਾਨੂੰ ਤਾਂ ਜੋ ਸਾਡਾ ਦਾਸ ਕਹਿ ਦੇਗਾ ਬਸ ਉਹੀ ਸੱਚ ਹੈ। ਕੱਲ੍ਹ ਸਵੇਰੇ ਇੱਕ ਮੈਸੇਜ ਆਇਆ ਸੀ ਕਿ ਅਸੀਂ ਕਿੱਦਾਂ ਪਰਖ ਕਰੀਏ ਵੀ ਕਿਹੜਾ ਪਾਸਟਰ ਸਹੀ ਆ ਕਿਹੜਾ ਪਾਸਟਰ ਗਲਤ ਆ। ਇਹਦੀ ਫੋਟੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਕੋਈ ਕਹਿ ਰਿਹਾ ਸਾਡੇ ਗਰੁੱਪ ਦੇ ਵਿੱਚ ਜੀ ਆਪਣੀ ਕਿਸੇ ਹੋਰ ਪਾਸਟਰ ਦੀ ਪ੍ਰੇਰਨਾ ਪਾਓ, ਕੋਈ ਕਹਿ ਰਿਹਾ ਸਾਡੀ ਚਰਚ ਦੇ ਨਾਲ ਹੀ ਜੁੜੇ ਰਹੋ, ਕਿਸੇ ਹੋਰ ਚਰਚ ਵਿੱਚ ਨਾ ਜਾਓ। ਤਾਂ ਇਹ ਸਿੱਧੇ ਤੌਰ 'ਤੇ ਸਾਨੂੰ ਦੱਸ ਰਿਹਾ ਕਿ ਉਹ ਦਾਸ ਪਰਮੇਸ਼ਰ ਵੱਲੋਂ ਹੈ ਹੀ ਨਹੀਂ। ਕਿਉਂਕਿ ਅਗਰ ਕੋਈ ਦਾਸ ਕਹਿ ਰਿਹਾ ਕਿ ਮੇਰੇ ਗਰੁੱਪ 'ਚ ਕਿਸੇ ਹੋਰ ਪਾਸਟਰ ਦੀ ਵੀਡੀਓ ਨਾ ਪਾਓ, ਕਿਉਂਕਿ ਉਹਨੂੰ ਇਹ ਲੱਗ ਰਿਹਾ ਕਿ ਜੋ ਮੈਂ ਕਰ ਰਿਹਾ ਬਸ ਲੋਕੀ ਮੈਨੂੰ ਹੀ ਸੁਣਨ, ਹੋਰ ਆਸੋ ਪਾਸੋਂ ਗੁੰਗੇ ਬੋਲੇ ਹੋ ਜਾਣ। ਪਰ ਜਿਹੜਾ ਸਹੀ ਦਾਸ ਹੋਏਗਾ ਉਹ ਕਹੇਗਾ ਪਰਮੇਸ਼ਰ ਦਾ ਵਚਨ ਜਿੱਥੋਂ ਮਿਲਦਾ ਉੱਥੋਂ ਹੀ ਸੁਣੋ। ਜਿਹੜਾ ਕਹੇਗਾ ਕਿ ਮੇਰੇ ਕੋਲ ਹੀ ਆਓ, ਮੈਂ ਹੀ ਤੁਹਾਨੂੰ ਚੰਗਾ ਕਰ ਸਕਦਾ, ਕਿਸੇ ਹੋਰ ਚਰਚ 'ਚ ਨਾ ਜਾਓ, ਉਹ ਬਿਲਕੁਲ ਗਲਤ ਆ। ਕਿਉਂਕਿ ਯਿਸੂ ਮਸੀਹ ਨੂੰ ਅਗਰ ਇਹ ਹੁੰਦਾ ਕਿ ਮੈਂ ਹੀ ਚੰਗਾ ਕਰ ਸਕਦਾ, ਉਹਨੂੰ ਚੇਲੇ ਬਣਾਉਣ ਦੀ ਕੀ ਲੋੜ ਸੀ? ਉਹ ਚੇਲੇ ਬਣਾਉਂਦਾ ਹੀ ਨਾ। ਉਹਨੂੰ ਤਾਂ ਇਹ ਹੋਣਾ ਚਾਹੀਦਾ ਸੀ ਕਿ ਮੈਂ ਹੀ ਹਾਂ ਅਤੇ ਮੇਰਾ ਹੀ ਨਾਮ ਹੋਵੇ। ਜੇ ਮੇਰੇ ਚੇਲਿਆਂ ਕੋਲੇ ਲੋਕੀ ਜਾਣ ਲੱਗ ਗਏ ਤਾਂ ਮੇਰੇ ਚੇਲਿਆਂ ਦਾ ਨਾਂ ਹੋ ਜਾਏਗਾ। ਇਹਦਾ ਮਤਲਬ ਜਦੋਂ ਚੇਲੇ ਪ੍ਰਚਾਰ ਕਰਨ ਲੱਗੇ ਤਾਂ ਕੀ ਉਹ ਆਪ ਦਾ ਨਾਮ ਉੱਚਾ ਕਰਨ ਲੱਗ ਗਏ? ਕਿ ਉਹ ਇਹ ਕਹਿਣ ਲੱਗੇ ਵੀ ਪਤਰਸ ਨੇ ਦੇ ਨਾਮ ਦਾ ਬਪਤਿਸਮਾ ਲਿਓ, ਫਿਲਿਪਸ ਦੇ ਨਾਮ ਦਾ ਬਪਤਿਸਮਾ ਲਿਓ? ਉਹ ਇਹੀ ਕਹਿੰਦੇ ਰਹੇ ਨਾ ਕਿ ਯਿਸੂ ਦੇ ਨਾਮ 'ਤੇ ਵਿਸ਼ਵਾਸ ਕਰੋ। ਉਹ ਇਹੀ ਕਹਿੰਦੇ ਰਹੇ ਨਾ ਕਿ ਜਿੱਥੇ ਮਰਜ਼ੀ ਜਾਓ ਯਿਸੂ ਦਾ ਨਾਮ ਲਓ। ਪਰ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਮੇਰੇ ਕੋਲੇ ਆਓ, ਮੇਰੀਆਂ ਹੀ ਸੁਣੋ, ਜੋ ਮੈਂ ਕਹਿੰਦਾ ਉਹੀ ਕਰੋ, ਉਹ ਬੰਦਾ ਸਿੱਧੇ ਤੌਰ 'ਤੇ ਗਲਤ ਆ। ਉਹ ਪਰਮੇਸ਼ਰ ਵੱਲੋਂ ਹੈ ਹੀ ਨਹੀਂ। ਕਿਉਂਕਿ ਜਿਹੜਾ ਪਰਮੇਸ਼ਰ ਵੱਲੋਂ ਆ ਉਹ ਕਦੇ ਵੀ ਕਿਸੇ ਦੇ ਉੱਤੇ ਬੰਧਨ ਨਹੀਂ ਪਾਉਂਦਾ ਕਿ ਜੋ ਮੈਂ ਕਹਿ ਰਿਹਾ ਉਹੀ ਸੁਣੋ, ਤੁਸੀਂ ਗੁੰਗੇ ਬੋਲੇ ਹੋ ਜਾਓ, ਆਸੇ ਪਾਸੇ ਸੰਸਾਰ ਦੀ ਖਬਰ ਹੀ ਨਾ ਰੱਖੋ। ਕਿਉਂਕਿ ਬਹੁਤ ਸਾਰੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ, ਉਹ ਝੂਠੇ ਆ। ਜਿਹਾਂ ਦੀ ਸੰਗਤੀ 'ਚੋਂ ਬਾਹਰ ਨਿਕਲੋ। ਨੈਕਸਟ ਵਚਨ 'ਚੋਂ ਦੇਖਾਂਗੇ ਮਤੀ 8:20 ਨੰਬਰ ਆਇਤ ਨੂੰ। ਅਤੇ ਯਿਸੂ ਨੇ ਉਹਨੂੰ ਕਿਹਾ ਕਿ ਲੂੰਬੜੀਆਂ ਦੇ ਘੁਰਨੇ ਅਤੇ ਆਕਾਸ਼ ਦੇ ਪੰਛੀਆਂ ਦੇ ਆਲਣੇ ਹਨ, ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਲਈ ਥਾਂ ਨਹੀਂ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ? ਸਾਨੂੰ ਇਹ ਲੱਗਦਾ ਵੀ ਸਾਡੇ ਘਰ ਨਹੀਂ ਹੈਗੇ, ਅਸੀਂ ਇਸ ਕਰਕੇ ਦਾਨ ਦੇਵਾਂਗੇ ਅਤੇ ਸਾਡੇ ਘਰ ਬਣ ਜਾਣਗੇ। ਅਸੀਂ ਗਰੀਬੀ ਦੇ ਵਿੱਚ ਆ, ਸਾਡੇ 'ਤੇ ਕਰਜ਼ੇ, ਅਸੀਂ ਦਾਨ ਦਸ਼ਵੰਧ ਦੇਣ ਲੱਗਾਂਗੇ ਅਤੇ ਸਾਡੇ ਕਰਜ਼ੇ ਮਾਫ਼ ਹੋ ਜਾਣਗੇ। ਪਰ ਯਿਸੂ ਮਸੀਹ ਕੀ ਕਹਿ ਰਿਹਾ ਕਿ ਲੂੰਬੜੀਆਂ ਦੇ ਵੀ ਘੁਰਨੇ ਹੁੰਦੇ ਆ ਅਤੇ ਆਕਾਸ਼ ਦੇ ਪੰਛੀ ਵੀ ਆਲਣਿਆਂ 'ਚ ਰਹਿੰਦੇ ਆ, ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਦੀ ਥਾਂ ਨਹੀਂ ਹੈਗੀ। ਅਸੀਂ ਕਦੇ ਵੇਖਿਆ ਕਿ ਉਹ ਆਪਣੇ ਘਰ ਵਿੱਚ ਜਾ ਰਿਹਾ ਸੀ, ਜਾਂ ਫਿਰ ਅਸੀਂ ਵੇਖਿਆ ਵੀ ਉਹਨੇ ਕਿਤੇ ਮਹਿਲ ਛੱਤਿਆ ਸੀ, ਜਾਂ ਫਿਰ ਅਸੀਂ ਵੇਖਿਆ ਵੀ ਉਹਨੇ ਕਿਤੇ ਬਹੁਤ ਸੋਹਣੀ ਥਾਂ 'ਤੇ ਰਹਿੰਦਾ ਸੀ? ਅਸੀਂ ਹਰ ਵਾਰ ਇਹੀ ਸੁਣਿਆ ਨਾ ਕਿ ਉਹ ਜੰਗਲ 'ਚ ਗਿਆ, ਉਹਨੇ ਪ੍ਰਾਰਥਨਾ ਕੀਤੀ, ਉਹ ਉਜਾੜ 'ਚ ਗਿਆ, ਉਹਨੇ ਪ੍ਰਾਰਥਨਾ ਕੀਤੀ। ਜਦ ਇਸ ਸੰਸਾਰ ਦਾ ਮਾਲਿਕ ਉਜਾੜ 'ਚ ਬਹਿ ਕੇ ਪ੍ਰਾਰਥਨਾ ਕਰ ਸਕਦਾ, ਜੰਗਲ 'ਚ ਬਹਿ ਕੇ ਪ੍ਰਾਰਥਨਾ ਕਰ ਸਕਦਾ, ਤਾਂ ਸਾਨੂੰ ਦਾਨਾਂ ਦਸ਼ਵੰਧਾਂ ਦੀ ਅਜਿਹੀ ਕਿਉਂ ਜ਼ਰੂਰਤ ਆ ਕਿ ਅਸੀਂ ਆਪਣੇ ਘਰ ਬਣਾਈਏ, ਅਸੀਂ ਮਹਿਲ ਬਣਾਈਏ, ਅਸੀਂ ਮਹਿਲ ਛੱਤੀਏ? ਬਹੁਤ ਸਾਰੇ ਚਰਚਾਂ ਨੇ ਜੋ ਮਹਿਲਾਂ ਦੇ ਰੂਪ 'ਚ ਤਿਆਰ ਕੀਤੀਆਂ ਜਾ ਰਹੀਆਂ। ਜਦੋਂ ਯਿਸੂ ਮਸੀਹ ਤੋਂ ਦੇ ਚੇਲੇ ਜਾ ਰਹੇ ਸੀ, ਉਹਨਾਂ ਨੇ ਕੀ ਕਿਹਾ ਕਿ ਗੁਰੂ ਜੀ ਦੇਖੋ ਕਿੰਨੀ ਸੋਹਣੀ ਇਮਾਰਤ ਹੈ ਅਤੇ ਕਿੰਨੀ ਸੋਹਣੀ ਖੁਦਾਈ ਹੈ ਇਹਦੇ 'ਤੇ। ਪਰ ਉਹਨੇ ਕੀ ਕਿਹਾ ਸੀ?
ਕਹਿੰਦਾ ਇਹ ਪੱਥਰ ਤੇ ਪੱਥਰ ਵੀ ਨਹੀਂ ਛੱਡਿਆ ਜਾਏਗਾ, ਤੂੰ ਕਿਹੜੀਆਂ ਇਮਾਰਤਾਂ ਦੀ ਗੱਲ ਕਰਦਾ। ਤੇ ਜਦੋਂ ਸਾਨੂੰ ਵਚਨ 'ਚ ਪਤਾ ਵੀ ਇਹ ਇਮਾਰਤਾਂ ਸਾਰੀਆਂ ਨਾਸ਼ ਹੋ ਜਾਣੀਆਂ, ਫਿਰ ਅਸੀਂ ਵੱਡੇ ਮਹਿਲ, ਸੋਹਣੀਆਂ ਚਰਚਾਂ, ਪੂਰੀ ਦੁਨੀਆ ਦੇ ਵਿੱਚੋਂ ਵੱਡੀ ਚਰਚ ਜੀ ਸਾਡੀ, ਸਾਰੀ ਦੁਨੀਆ ਦੇ ਵਿੱਚੋਂ ਸੋਹਣੀ ਚਰਚ, ਕੀ ਫਾਇਦਾ ਉਸ ਚਰਚ ਦਾ ਜਦੋਂ ਪਰਮੇਸ਼ਰ ਉਸ ਚਰਚ ਵਿੱਚ ਵੱਸਦਾ ਹੀ ਨਹੀਂ। ਉਹ ਕਹਿੰਦਾ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਦੀ ਕੋਈ ਥਾਂ ਹੀ ਨਹੀਂ ਹੈਗੀ। ਮੈਂ ਉਹ ਕਹਿੰਦਾ ਤੁਹਾਡੇ ਹੱਥ ਦੇ ਬਣਾਏ ਮਹਿਲਾਂ ਦੇ ਵਿੱਚ ਵੱਸਦਾ ਹੀ ਨਹੀਂ। ਅਸੀਂ ਸੰਸਾਰਿਕ ਇਮਾਰਤਾਂ ਦੇ ਉੱਤੇ ਜ਼ੋਰ ਦੇ ਰਹੇ ਹਾਂ, ਪਰ ਜਿਹੜੀਆਂ ਪਰਮੇਸ਼ਰ ਦੀਆਂ ਇਮਾਰਤਾਂ ਉਹਦੇ ਵੱਲ ਕੋਈ ਖਿਆਲ ਹੀ ਨਹੀਂ ਕਰ ਰਿਹਾ। ਕਹਿੰਦਾ ਤੁਸੀਂ, ਤੁਹਾਡੇ ਸਰੀਰ ਮੇਰੇ ਪਵਿੱਤਰ ਹੈਕਲਾਂ ਆ। ਅਸੀਂ ਸੰਸਾਰ ਦੇ ਵਿੱਚ ਵੱਡੇ ਮਹਿਲ, ਏਸੀ, ਹਾਲ ਅਤੇ ਹਾਈ ਸਟੈਂਡਰਡ ਦੀਆਂ ਚਰਚਸ ਬਣਾਉਣ ਦੇ ਪਿੱਛੇ ਲੱਗੇ ਆ, ਪਰ ਜਿਹੜੇ ਪਰਮੇਸ਼ਰ ਦੇ ਸਰੀਰ ਆ, ਪਰਮੇਸ਼ਰ ਦੀਆਂ ਪਵਿੱਤਰ ਹੈਕਲਾਂ ਆ, ਉਹ ਤਾਂ ਨਾਸ਼ ਹੋਈ ਜਾਂਦੀਆਂ ਅਤੇ ਅਸੀਂ ਨਾਸ਼ਵਾਨ ਮਹਿਲਾਂ ਦੇ ਪਿੱਛੇ ਪਏ ਆ। ਸਭ ਕੁਝ ਵਿਅਰਥ ਆ। ਪਤਾ ਨਹੀਂ ਕਿਉਂ ਇੰਨੀ ਅੰਨੀ ਸਿੱਖਿਆ ਦਿੱਤੀ ਜਾ ਰਹੀ, ਪਤਾ ਨਹੀਂ ਕਿਉਂ ਸਾਨੂੰ ਇਹ ਚੀਜ਼ਾਂ ਦੀ ਸਮਝ ਨਹੀਂ ਆ ਰਹੀ ਕਿ ਜਿਹੜਾ ਯਿਸੂ ਮਸੀਹ ਨੇ ਕਿਹਾ ਸੀ ਕਿ ਪੱਥਰ ਤੇ ਪੱਥਰ ਨਹੀਂ ਛੱਡਿਆ ਜਾਣਾ, ਜਿਹੜਾ ਮਹਿਲ ਢਹਿ ਹੀ ਜਾਣਾ ਆ, ਕੀ ਫਾਇਦਾ ਉਹਨੂੰ ਸਵਾਰਨ ਦਾ। ਜਿਹੜਾ ਮਹਿਲ ਪਰਮੇਸ਼ਰ ਦਾ ਜਿਹਦੇ ਵਿੱਚ ਸੱਚੀ ਪ੍ਰਭੂ ਵੱਸਦਾ, ਉਹਨੂੰ ਅਸੀਂ ਕਿਉਂ ਨਹੀਂ ਸਵਾਰਦੇ? ਕਿਉਂ ਸਾਡਾ ਜਿਹੜਾ ਫੋਕਸ ਆ ਉਹ ਪੈਸਿਆਂ ਦੇ ਰੂਪ ਦੇ ਵਿੱਚ ਮਹਿਲ ਬਣਾਈ ਜਾਂਦੇ, ਪੈਸੇ ਇਕੱਠੇ ਕਰ ਕਰ ਲੋਕਾਂ ਨੂੰ ਗੁੰਗੇ ਬੋਲੇ ਕਰੀ ਜਾਂਦੇ, ਲੋਕਾਂ ਨੂੰ ਮਜਬੂਰ ਕਰੀ ਜਾਂਦੇ ਆ। ਇੱਕ ਸਿਸਟਰ ਦਾ ਓਨੈਸਟਲੀ, ਮੈਂ ਸੱਚ ਕਹਿ ਰਹੀ ਹਾਂ, ਇਹ ਗੱਲ ਬਿਲਕੁਲ ਸੱਚੀ ਆ ਕਿ ਸਿਸਟਰ ਦਾ ਫੋਨ ਆਇਆ, ਕਹਿੰਦੀ ਸਿਸਟਰਸ ਅਸੀਂ ਚਰਚ ਗਏ ਔਰ ਸਾਡੇ ਪਾਸਟਰ ਨੇ ਕੀ ਕਿਹਾ ਸਾਨੂੰ ਕਿ ਤੁਸੀਂ ਸਾਰੀ ਕਲੀਸਿਆ ਨਾ ਲੋਨ ਲਓ 30-30 ਹਜ਼ਾਰ ਦਾ ਅਤੇ ਆਪਾਂ ਚਰਚ ਦੀ ਛੱਤ ਪਾਉਂਦੇ ਆ। ਸਾਨੂੰ ਪਰਮੇਸ਼ਰ ਕੀ ਕਹਿੰਦਾ ਕਿ ਤੁਹਾਨੂੰ ਕਿਤੋਂ ਕਰਜ਼ੇ ਲੈਣੇ ਨਹੀਂ ਪੈਣਗੇ, ਤੁਸੀਂ ਕੌਮਾਂ ਨੂੰ ਕਰਜ਼ੇ ਦਿਓਗੇ। ਔਰ ਇੱਕ ਪਰਮੇਸ਼ਰ ਦਾ ਦਾਸ ਕਿੰਨੀ ਗਲਤ ਸਿੱਖਿਆ ਦੇ ਰਿਹਾ। ਉਹ ਕਹਿ ਰਹੇ ਕਿ ਉੱਥੇ ਸਾਡੇ ਕੋਲ ਚਰਚ ਵਿੱਚ ਕੋਈ ਬਹੁਤੀ ਸੰਗਤ ਵੀ ਹੈ ਨਹੀਂ, ਸਿਰਫ 10 ਤੋਂ 15 ਜਣੇ ਬੜੀ ਮੁਸ਼ਕਿਲ ਨਾਲ ਹੁੰਦੇ ਆ। ਵੱਡੀਆਂ ਤੋਂ ਵੱਡੀਆਂ ਚਰਚਾਂ ਨੇ ਜਿਹੜੀਆਂ ਅੱਜ ਵੀ ਟੈਂਟਾਂ ਦੇ ਵਿੱਚ ਲੱਗ ਰਹੀਆਂ ਆ, ਤੇ 10 ਬੰਦਿਆਂ ਦੇ ਲਈ ਉਹਨਾਂ ਨੂੰ ਲੈਂਟਰ ਦੀ ਜ਼ਰੂਰਤ ਆ। ਅਗਰ ਨਹੀਂ ਹੈਗੇ ਤਾਂ ਨਾ ਕਰੋ। ਪਰਮੇਸ਼ਰ ਕਹਿੰਦਾ ਅੱਡੀਆਂ ਚੁੱਕ ਕੇ ਫਾਹਾ ਕਿਉਂ ਲੈਂਦੇ ਹੋ ਤੁਸੀਂ? ਅਗਰ ਤੁਹਾਡੇ ਕੋਲ ਨਹੀਂ ਹੈਗੇ ਨਾ ਕਰੋ, ਪਰ ਕਿਸੇ ਦੇ ਉੱਤੇ ਇੰਨੀ ਵੱਡੀ ਤੁਸੀਂ ਬੋਝ ਇੰਨਾ ਵੱਡਾ ਪਾ ਰਹੇ ਹੋ ਕਿ ਤੁਸੀਂ ਲੋਨ ਲਓ, ਚਰਚ ਦਾ ਲੈਂਟਰ ਪਾਓ, ਤੁਸੀਂ ਜਿੱਦਾਂ ਮਰਜ਼ੀ ਕਿਸ਼ਤਾਂ ਦਿੰਦੇ ਰਹੋ। ਅਜਿਹਾ ਤੋਂ ਬਚੋ, ਬੀ ਅਵੇਅਰ। ਇਹਨਾਂ ਅਜਿਹਿਆਂ ਦੀ ਸਿੱਖਿਆ ਤੋਂ ਬਚੋ, ਕਿਉਂਕਿ ਇਹ ਸਾਰੇ ਪਰਮੇਸ਼ਰ ਵੱਲੋਂ ਨਹੀਂ ਆ। ਕਿਉਂਕਿ ਪਰਮੇਸ਼ਰ ਦੇ ਦਾਸ ਦਾ ਕੰਮ ਆ ਕਿ ਲੋਕਾਂ ਨੂੰ ਫ੍ਰੀ ਕਰਨਾ, ਲੋਕਾਂ ਨੂੰ ਬੰਨਣਾ ਨਹੀਂ, ਹੋਰ ਕਰਜ਼ੇ ਨਹੀਂ ਪਾਉਣੇ, ਹੋਰ ਪਰੇਸ਼ਾਨੀ ਨਹੀਂ ਬਣਾਉਣੀ ਉਹਨਾਂ ਦੇ ਉੱਤੇ। ਉਹਨਾਂ ਦੀ ਪਰੇਸ਼ਾਨੀਆਂ ਨੂੰ ਤੁਸੀਂ ਹੱਲ ਕਰਨਾ। ਤੁਸੀਂ ਤਾਂ ਉਹਦੇ 'ਤੇ ਪਹਾੜ ਸਿੱਟ ਦਿੱਤਾ ਏਡੀ ਗੱਲ ਕਹਿ ਕੇ। ਇੱਕ ਆਮ ਬੰਦਾ ਦੁਖੀ ਤੇ ਪਰੇਸ਼ਾਨ ਸੰਸਾਰ ਵੱਲੋਂ ਸੱਤਿਆ ਹੋਇਆ ਜਾਂਦਾ ਤੇ ਉਹਦੇ 'ਤੇ ਇੰਨਾ ਵੱਡਾ ਪਹਾੜ ਸਿੱਟ ਦਿੱਤਾ। ਕੀ ਚੱਲ ਕੀ ਰਿਹਾ ਇਸ ਦੁਨੀਆ ਦੇ ਵਿੱਚ? ਆਪਣੀ ਗਿਆਨ ਵਿੱਚ ਸਮਝਦਾਰ ਨਾ ਬਣੋ, ਆਪਣੀ ਬੁੱਧ 'ਤੇ ਵਿਸ਼ਵਾਸ ਨਾ ਰੱਖੋ, ਵਚਨਾਂ ਦੇ ਅਨੁਸਾਰ ਪਰਖੋ ਕਿ ਕੌਣ ਪਰਮੇਸ਼ਰ ਵੱਲੋਂ ਆ। ਤਾਂ ਅੱਜ ਦੇ ਵਚਨ ਦਾ ਮੇਨ ਸਾਰ ਸੀ ਕਿ ਕੀ ਸਾਨੂੰ ਦਾਨ ਦਸ਼ਵੰਧ ਦੇਣਾ ਯੋਗ ਆ। ਤਾਂ ਉਹਦਾ ਫਾਈਨਲੀ ਤੇ ਆਖਰੀ ਆਨਸਰ ਆ ਕਿ ਦਾਨ ਦੇਣਾ ਸਹੀ ਆ, ਪਰ ਉਹਨਾਂ ਕੁ ਦਾਨ ਜੋ ਤੁਸੀਂ ਖੁਸ਼ੀ ਨਾਲ ਦੇ ਰਹੇ ਹੋ। ਫਿਕਸ ਨਹੀਂ, ਹਰ ਮਹੀਨੇ ਨਹੀਂ, ਹਰ ਦਿਨ ਨਹੀਂ, ਹਰ ਰੋਜ਼ ਨਹੀਂ, ਹਰ ਹਫਤੇ ਨਹੀਂ। ਜਦੋਂ ਤੁਹਾਡਾ ਮਨ, ਜਿੰਨਾ ਤੁਹਾਡਾ ਮਨ, ਜਿੰਨੀ ਤੁਹਾਡੀ ਖੁਸ਼ੀ, ਜਿਹਦੇ ਨਾਲ ਤੁਸੀਂ ਖੁਸ਼ ਆ। ਕਿਉਂਕਿ ਤੁਹਾਡਾ ਖੁਸ਼ੀ ਨਾਲ ਦਿੱਤਾ ਦਾਨ ਪਰਮੇਸ਼ਰ ਪਸੰਦ ਕਰਦਾ, ਜ਼ਬਰਦਸਤੀ ਦਾ ਦਾਨ ਨਹੀਂ। ਔਰ ਦਾਸਾਂ ਦੀ ਗਲਤ ਸਿੱਖਿਆ 'ਤੇ ਵਿਸ਼ਵਾਸ ਨਾ ਕਰੋ, ਵਚਨ ਦੇ ਨਾਲ ਪਰਖੋ ਕਿ ਪਰਮੇਸ਼ਰ ਸਾਨੂੰ ਕੀ ਕਹਿੰਦਾ ਤੇ ਦਾਸ ਸਾਨੂੰ ਕੀ ਕਹਿ ਰਿਹਾ ਆ। ਫਿਰ ਚਾਹੇ ਦਾਸ ਕਿੰਨਾ ਵੀ ਵੱਡਾ ਹੋਵੇ, ਅਗਰ ਤੁਹਾਨੂੰ ਉਹਦੇ ਸਾਹਮਣੇ ਇਹ ਗੱਲ ਕਹਿਣੀ ਪਵੇ ਤਾਂ ਵਚਨ ਦੇ ਨਾਲ ਉਹਨੂੰ ਟੋਕੋ ਕਿ ਇੱਥੇ ਤੁਸੀਂ ਗਲਤ ਆ। ਇੱਥੇ ਇਸ ਗੱਲ ਦੀ ਪਰਮੇਸ਼ਰ ਦਾ ਵਚਨ ਸਾਨੂੰ ਅਗਵਾਈ ਨਹੀਂ ਦੇ ਰਿਹਾ। ਕਿਉਂਕਿ ਵੇ ਪਰਮੇਸ਼ਰ ਕਹਿੰਦਾ ਸੱਚਾਈ ਨੂੰ ਜਾਣ ਤਾਂ ਸੱਚਾਈ ਤੈਨੂੰ ਆਜ਼ਾਦ ਕਰੇਗੀ। ਹਾਲੇਲੂਇਆ। ਤਾਂ ਆਓ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਖੁਦਾਵੰਦ। ਅੱਜ ਦੀ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ। ਅੱਜ ਦੇ ਦਿਨ ਦੀ ਕਿਰਪਾ ਦੇ ਲਈ ਤੁਹਾਡਾ ਸ਼ੁਕਰ ਕਰਦੇ ਪਿਤਾ ਪਰਮੇਸ਼ਰ। ਤੁਹਾਡਾ ਦਇਆ ਵਾਲਾ ਹੱਥ ਸਾਨੂੰ ਸੰਭਾਲੇ ਪਿਤਾ ਪਰਮੇਸ਼ਰ। ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲਿਆ, ਮਿੱਠੀ ਪਿਆਰੀ ਨੀਂਦ ਦਿੱਤੀ ਖੁਦਾਵੰਦ। ਤੁਹਾਡੇ ਦੂਤਾਂ ਨੇ ਸਾਡੀ ਰੱਖਿਆ ਹਿਫਾਜ਼ਤ ਕੀਤੀ ਪਿਤਾ। ਆਪਣੇ ਲਹੂ ਵਾੜਾਂ ਤੁਸੀਂ ਸਾਡੇ ਚਾਰ ਸਵੇਰੇ ਲਗਾਇਆ ਖੁਦਾਵੰਦ। ਅੱਜ ਦਾ ਇਹ ਖਾਸ ਦਿਨ ਸਾਨੂੰ ਦਿੱਤਾ, ਜਿਸ ਤਰ੍ਹਾਂ ਤੁਸੀਂ ਇਜ਼ਰਾਈਲੀਆਂ ਨੂੰ ਪਿਤਾ ਪਰਮੇਸ਼ਰ ਮਿਸਰ ਦੀ ਗੁਲਾਮੀ ਦੇ ਵਿੱਚੋਂ ਬਾਹਰ ਲੈ ਕੇ ਆਂਦਾ, ਉਸੇ ਤਰ੍ਹਾਂ ਅੱਜ ਇਸ ਵਚਨਾਂ ਦੇ ਦੁਆਰਾ ਜੁੜੇ ਹੋਏ ਹਰ ਇੱਕ ਭੈਣ ਭਾਈ ਨੂੰ ਪਿਤਾ ਪਰਮੇਸ਼ਰ ਆਜ਼ਾਦ ਕਰੋ, ਫ੍ਰੀ ਕਰੋ, ਚੰਗਿਆ ਪਿਤਾ ਕਰੋ ਪਿਤਾ ਪਰਮੇਸ਼ਰ। ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਰੋਗਾਂ ਬਿਮਾਰੀਆਂ ਤੋਂ ਆਜ਼ਾਦ ਕਰੋ, ਹਰੇਕ ਸ਼ੈਤਾਨੀ ਬੰਧਨ ਤੋਂ ਫ੍ਰੀ ਕਰੋ ਪਿਤਾ ਪਰਮੇਸ਼ਰ। ਆਪਣੇ ਗਿਆਨ, ਬੁੱਧ ਔਰ ਸਮਝ ਦੇ ਆਤਮਾ ਦੇ ਨਾਲ ਬਲੈਸ ਕਰੋ ਪਿਤਾ ਜੀ। ਤੁਹਾਡਾ ਦਇਆ ਵਾਲਾ ਹੱਥ ਇਹਨਾਂ ਦੀ ਜ਼ਿੰਦਗੀ 'ਚ ਉਤਰੇ ਪਿਤਾ ਪਰਮੇਸ਼ਰ। ਇਹਨਾਂ ਦੇ ਅੱਖ
ਅੱਖਾਂ ਤੇ ਪਏ ਹੋਏ ਸਾਰੇ ਭਾਰੇ ਪਰਦੇ ਨੂੰ ਉਠਾਓ। ਇਹਨਾਂ ਨੇ ਜੋ ਆਪਣੇ ਕੰਨਾਂ ਨੂੰ ਬੰਦ ਕਰ ਰੱਖਿਆ ਪਿਤਾ ਪਰਮੇਸ਼ਰ, ਇਹਨਾਂ ਕੰਨਾਂ ਨੂੰ ਖੋਲੋ ਤਾਂ ਜੋ ਇਹ ਤੁਹਾਡੀ ਆਵਾਜ਼ ਨੂੰ ਸਾਫ਼-ਸਾਫ਼ ਸੁਣ ਸਕਣ, ਤੁਹਾਡੇ ਵਚਨਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕਣ। ਹਰ ਇੱਕ ਨੂੰ ਵਚਨ ਪੜ੍ਹਨ, ਸੁਣਨ ਅਤੇ ਸਮਝਣ ਦੀ ਤਾਕਤ ਦਿਓ ਪਿਤਾ ਜੀ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਇੱਕ ਇਨਸਾਨ ਨੂੰ ਉਹਦੇ ਕੰਮਾਂ ਦੇ ਦੁਆਰਾ ਪਰਖੋ, ਜਿੱਦਾਂ ਤੁਸੀਂ ਇੱਕ ਰੁੱਖ ਨੂੰ ਉਹਦੇ ਫਲਾਂ ਦੇ ਦੁਆਰਾ ਪਰਖਦੇ ਹੋ। ਹਰ ਇੱਕ ਭੈਣ ਭਾਈ, ਹਰ ਇੱਕ ਜਨ ਨੂੰ ਉਹਦੇ ਕੰਮਾਂ ਦੇ ਦੁਆਰਾ ਪਰਖੇ, ਵਚਨ ਦੇ ਦੁਆਰਾ ਪਰਖੇ ਕਿ ਵਚਨ ਸਾਨੂੰ ਕੀ ਕਹਿੰਦਾ ਆ। ਜੋ ਕੋਈ ਵਚਨ ਦੇ ਦੁਆਰਾ ਪਰਖੇਗਾ, ਜੋ ਕੋਈ ਵਚਨ ਦੇ ਵਿੱਚ ਚੱਲੇਗਾ, ਉਹ ਪ੍ਰਭੂ ਦੀ ਆਗਿਆ ਨੂੰ ਪੂਰਿਆ ਕਰੇਗਾ। ਔਰ ਜੋ ਤੁਹਾਡੀ ਆਗਿਆ ਨੂੰ ਪੂਰਿਆ ਨਹੀਂ ਕਰਦਾ ਪਿਤਾ, ਹਰ ਇੱਕ ਭੈਣ ਭਾਈ ਉਸ ਗਲਤ ਸੰਗਤੀ ਦੇ ਵਿੱਚੋਂ ਬਾਹਰ ਕੀਤੇ ਜਾਣ। ਤੁਹਾਡੀ ਸਦਾ ਦੀ ਦਇਆ ਤੇ ਕਿਰਪਾ ਬਹੁਤਾਇਤ ਦੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਉਤਰ ਆਵੇ ਪਿਤਾ ਪਰਮੇਸ਼ਰ। ਹਰ ਇੱਕ ਭੈਣ ਭਾਈ ਬਲੈਸ ਕੀਤਾ ਜਾਵੇ, ਹਨੇਰੇ ਪਰਦਿਆਂ ਤੋਂ ਆਜ਼ਾਦ ਕੀਤਾ ਜਾਵੇ। ਤੁਹਾਡੀ ਸੱਚੀ ਰੋਸ਼ਨੀ, ਸੱਚਾ ਸਾਮਰਥ ਇਹਨਾਂ ਦੀ ਜ਼ਿੰਦਗੀ 'ਚ ਉਤਰੇ ਪਿਤਾ ਪਰਮੇਸ਼ਰ। ਇਹਨਾਂ ਦਾ ਦਾਨ ਦੇਣਾ ਸੱਚਮੁੱਚ ਗੁਪਤ ਵਿੱਚ ਹੋਵੇ ਅਤੇ ਤੁਹਾਨੂੰ ਪਸੰਦ ਕਰਨ ਵਾਲਾ ਹੋਵੇ ਪਿਤਾ ਪਰਮੇਸ਼ਰ। ਤੁਹਾਡੀ ਪ੍ਰਸੰਨਤਾ ਇਹਨਾਂ ਦੇ ਉੱਤੇ ਪ੍ਰਗਟ ਹੋਵੇ ਪਿਤਾ ਪਰਮੇਸ਼ਰ। ਇਹਨਾਂ ਦਾ ਬੋਲਣਾ, ਉੱਠਣਾ, ਬੈਠਣਾ ਤੁਹਾਡੀ ਹਜ਼ੂਰੀ ਦੇ ਵਿੱਚ ਮੰਨਣਯੋਗ ਹੋਵੇ ਪਿਤਾ ਪਰਮੇਸ਼ਰ। ਅੱਜ ਹੀ ਇਹਨਾਂ ਦਾ ਪ੍ਰਾਰਥਨਾ ਕਰਨ ਦਾ ਤਰੀਕਾ ਬਦਲ ਜਾਵੇ। ਅੱਜ ਤੋਂ ਇਹ ਆਪਣੇ ਸ਼ਬਦਾਂ ਦੀਆਂ ਭੇਟਾਂ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਣ। ਧੰਨਵਾਦ ਦੇ ਬੀਜ ਤੁਹਾਡੀ ਹਜ਼ੂਰੀ 'ਚ ਬੀਜਣ ਪਿਤਾ। ਸਵੇਰ ਅਤੇ ਸ਼ਾਮ ਦੇ ਵਿੱਚ ਤੁਹਾਡੀ ਹਜ਼ੂਰੀ 'ਚ ਆਪਣੇ ਸ਼ਬਦਾਂ ਦੀ ਭੇਟਾਂ ਨੂੰ ਬੀਜਣ ਅਤੇ 1000 ਗੁਣਾ ਕਰਕੇ ਆਸ਼ੀਸ਼ਾਂ ਨੂੰ ਵੱਢਣ ਪਿਤਾ ਜੀ। ਬੀਜਣ ਅਤੇ ਵੱਢਣ ਦੇ ਇਸ ਸੰਦਰਭ ਨੂੰ ਪਿਤਾ ਕਿਸੇ ਵੀ ਤਰੀਕੇ ਦੇ ਨਾਲ ਇਹ ਕਨਫਿਊਜ਼ ਨਾ ਕਰਨ, ਪਰ ਇਹ ਸਮਝ ਸਕਣ ਕਿ ਤੁਹਾਡਾ ਵਚਨ ਸਾਨੂੰ ਆਤਮਿਕ ਸਿੱਖਿਆ ਦਿੰਦਾ ਤੇ ਆਤਮਿਕ ਗੱਲਾਂ ਦੀ ਨੌਲੇਜ ਦਿੰਦਾ ਹੈ, ਆਤਮਿਕ ਗੱਲਾਂ 'ਚ ਵਧਾਉਂਦਾ ਆ। ਹਰ ਇੱਕ ਭੈਣ ਭਾਈ ਆਤਮਿਕ ਗਿਆਨ ਦੇ ਵਿੱਚ ਵਾਧਾ ਜਾਵੇ, ਸਾਰੇ ਭੈੜੇ ਕੰਮਾਂ ਤੋਂ ਦੂਰ ਕੀਤਾ ਜਾਵੇ ਪਿਤਾ ਪਰਮੇਸ਼ਰ। ਤੁਹਾਡੇ ਰਾਹਾਂ ਤੇ ਚੱਲੇ, ਤੁਹਾਡੀ ਖੇਤੀ ਦੀ ਦੇਖਭਾਲ ਕਰੇ, ਆਪਣੇ ਆਪ ਨੂੰ ਤੁਹਾਡੀ ਸੁੰਦਰ ਅਤੇ ਖੁਸ਼ਹਾਲ ਖੇਤੀ ਬਣਾ ਕੇ ਰੱਖੇ ਪਿਤਾ ਜੀ। ਤੁਹਾਡੀਆਂ ਪਵਿੱਤਰ ਹੈਕਲਾਂ ਦਾ ਦੇਖਭਾਲ ਕਰਨ ਪਿਤਾ ਪਰਮੇਸ਼ਰ, ਇਹਨਾਂ ਦੀ ਸੰਭਾਲ ਕਰਨ ਪ੍ਰਭੂ ਜੀ। ਤੁਹਾਡੇ ਪਵਿੱਤਰ ਆਤਮਾ ਦੇ ਦੁਆਰਾ ਪੂਰੇ ਘਰਾਂ ਪਰਿਵਾਰਾਂ ਨੂੰ ਬਲੈਸ ਕਰਦੇ ਖੁਦਾਵੰਦ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ, ਆਮੇਨ, ਆਮੇਨ।